ਜ ਬੰਧਨ ਪਗ ਪੰਗ ਬੰਧਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ। ਸ੍ਰੀ ਹਰਗੋਬਿੰਦ ਸ਼ੋਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰੋਂ ਧਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ। ਬੰਦਹੁ ਬਾਰ ਬਾਰ ਜਗਦੀਸ਼ਾ। ਜਿਸਮੈ ਹੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਹਾਰ। ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਅੰਤਰਜਾਮੀ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਸਤਿਗੁਰੂ ਪ੍ਰਤੱਖ ਸਤਿਗੁਰੂ ਸਦਾ ਹੀ ਦਾਸਾਂ ਗਰੀਬਾਂ ਦੇ ਉੱਤੇ ਮਿਹਰਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਦਾਸਾਂ ਗਰੀਬਾਂ ਦੀ ਇੱਜ਼ਤ ਪੱਤ ਰੱਖਣ ਵਾਲੇ ਪਰਦੇ ਕੱਢਣ ਵਾਲੇ ਸੱਚੇ ਪਾਤਸ਼ਾਹ ਜੀ ਮਹਾਰਾਜ ਸਦਾ ਹੀ ਸਹਾਈ ਹੋਣ ਵਾਲੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ। ਧੰਨ ਧੰਨ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪ੍ਰੇਮ ਦੇ ਨਾਲ ਇੱਕ ਵਾਰ ਫਿਰ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਸੱਜ ਕੇ ਆਪ ਜੀ ਗੁਰਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੀ। ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਬਚਾਵ ਹੋ। ਇਹ ਭੀਤਰ ਤੇ ਇਨ ਤੇ ਡਰ ਹੋ। ਆਪਨ ਨਿਕਟ ਬੁਲਾਵ ਹੋ। ਰੱਜ ਕੇ ਆਖੋ ਵਾਹਿਗੁਰੂ। ਇਹ ਜਿੰਨੀਆਂ ਗੱਲਾਂ ਦਾ ਆਪ ਜੀ ਨੇ ਜ਼ਿਕਰ ਸੁਣਿਆ ਇਹ ਬੰਦੇ ਦੇ ਵੱਸ ਵਿੱਚ ਨਹੀਂ ਜੀ ਹੈਗੀਆਂ ਜੀ।
ਕਾਮ, ਕ੍ਰੋਧ, ਲੋਭ, ਝੂਠ ਤੇ ਨਿੰਦਾ। ਇਹ ਮੋਟੇ ਮੋਟੇ ਔਗੁਣ ਸੱਚੇ ਪਾਤਸ਼ਾਹ ਨੇ ਦੱਸੇ ਜਿਹੜੇ ਮਨੁੱਖ ਵਿੱਚ ਬਹੁਤ ਜ਼ਿਆਦਾ ਨੇ ਜੀ। ਕਾਮ, ਕ੍ਰੋਧ, ਕ੍ਰੋਧ ਵੀ ਬਹੁਤ ਚੜ੍ਹਦਾ ਹੈ। ਲੋਭ, ਥੋੜੇ ਜਿਹੇ ਪੈਸਿਆਂ ਕਰਕੇ ਬੰਦਾ ਲੋਭ ਵਿੱਚ ਆ ਜਾਂਦਾ ਜੀ। ਝੂਠ, ਪੈਰ ਪੈਰ ਤੇ ਬੋਲਦਾ ਬੰਦਾ ਜੀ। ਤੇ ਨਿੰਦਾ ਤੇ ਬਹੁਤ ਪਿਆਰੀ ਹੈ ਜੀ। ਗੱਜ ਕੇ ਆਖੋ ਵਾਹਿਗੁਰੂ। ਨਿੰਦਾ ਤੇ ਚੰਗੀ ਬੜੀ ਲੱਗਦੀ ਜੀ। ਹਾਂਜੀ, ਜਿਉਂ ਬੰਦਾ ਨਿੰਦਾ ਸੁਣਨ ਲੱਗਦਾ ਤੇ ਕਰਨ ਲੱਗਦਾ, ਫਿਰ ਘੜੀਆਂ ਵੀ ਪਿੱਛੇ ਜੀ ਤੇ ਸਮੇਂ ਦਾ ਵੀ ਚੇਤਾ ਭੁੱਲ ਜਾਂਦਾ ਜੀ। ਹਾਂਜੀ, ਬੰਦਾ ਚਾਹਵੇ ਵੀ ਇਹਨਾਂ ਤੋਂ ਬਚਣਾ ਤੇ ਇਹ ਇਸ ਤਰੀਕੇ ਨਾਲ ਅੰਦਰ ਵੜ ਚੁੱਕੀਆਂ ਚੀਜ਼ਾਂ ਜੀ, ਬੰਦਾ ਆਪ ਨਹੀਂ ਬਚ ਸਕਦਾ ਜੀ। ਗੱਜ ਕੇ ਆਖੋ ਵਾਹਿਗੁਰੂ। ਹਰ ਕੋਈ ਬੰਦਾ ਕਹਿੰਦਾ ਜੀ ਮੈਂ ਬਚਾਂ ਜੀ। ਹਾਂਜੀ, ਕ੍ਰੋਧ ਤੋਂ ਬਚਣ ਵਾਲੇ ਬੜੇ ਜੀ ਵੀ ਸਾਨੂੰ ਗੁੱਸਾ ਨਾ ਚੜੇ ਜੀ, ਪਰ ਗੁੱਸਾ ਚੜ ਜਾਂਦਾ ਜੀ। ਕੋਈ ਗੁੱਸੇ ਨੂੰ ਆਪਾਂ ਨਿਯੋਤਾ ਨਹੀਂ ਦਿੰਦੇ, ਗੁੱਸਾ ਫਿਰ ਵੀ ਬੰਦੇ ਨੂੰ ਚੜ ਜਾਂਦਾ ਜੀ। ਬੰਦਾ ਬਚਣਾ ਵੀ ਚਾਹੁੰਦਾ ਜੀ, ਪਰ ਗੁੱਸਾ ਫਿਰ ਚੜ ਜਾਂਦਾ ਜੀ। ਹਾਂਜੀ, ਆਪਾਂ ਨਹੀਂ ਸੱਦਦੇ, ਨਹੀਂ ਬੁਲਾਉਂਦੇ, ਪਰ ਗੁਰਮੁਖੋ ਇਹ ਚੀਜ਼ਾਂ ਫਿਰ ਬੰਦੇ ਦੇ ਅੰਦਰ ਇਸ ਤਰੀਕੇ ਨਾਲ ਬੜੀਆਂ ਹੋਈਆਂ ਜੀ। ਆਪਣੇ ਪੱਧਰ ਤੇ ਬੰਦਾ ਬਚਣਾ ਚਾਹਵੇ ਤੇ ਨਹੀਂ ਬਚ ਸਕਦਾ ਜੀ। ਗੱਜ ਕੇ ਆਖੋ ਵਾਹਿਗੁਰੂ। ਸੋ ਸੰਗਤ ਜੀ, ਆਪ ਜੀ ਸ਼ਬਦ ਸਰਵਣ ਕਰ ਰਹੇ ਸੀ, ਇਹਦੇ ਵਿੱਚ ਬੇਨਤੀ ਕਰਨੀ ਦੱਸੀ ਸਾਨੂੰ ਗੁਰੂ ਅਰਜਨ ਸਾਹਿਬ ਨੇ। ਗੁਰਮੁਖੋ, ਜਿੰਨਾ ਚਿਰ ਤੱਕ ਕਾਮ ਹੈ, ਜਿੰਨਾ ਚਿਰ ਤੱਕ ਕ੍ਰੋਧ ਹੈ, ਜਿੰਨਾ ਚਿਰ ਤੱਕ ਨਿੰਦਾ ਹੈ, ਤੇ ਜਿੰਨਾ ਚਿਰ ਤੱਕ ਬੰਦੇ ਦੇ ਅੰਦਰ ਲੋਭ ਹੈ, ਬੰਦਾ ਜੋ ਮਰਜ਼ੀ ਕਰੀ ਜਾਏ, ਗੁਰੂ ਦੀ ਨੇੜਤਾ ਨਹੀਂ ਹਾਸਲ ਕਰ ਸਕਦਾ ਜੀ। ਗੁਰੂ ਸਾਹਿਬ ਦੀ ਨੇੜਤਾ ਨਹੀਂ ਹਾਸਲ ਕਰ ਸਕਦਾ, ਰੱਬ ਦੀ ਨੇੜਤਾ ਨਹੀਂ ਬੰਦਾ ਹਾਸਲ ਕਰ ਸਕਦਾ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਇਹ ਤਾਈਓ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਕਾਮ, ਕ੍ਰੋਧ, ਲੋਭ, ਝੂਠ, ਨਿੰਦਾ, ਇਨ ਤੇ ਆਪ ਬਚਾਵ ਹੋ, ਇਹ ਭੀਤਰ ਤੇ ਇਨ ਕੋ ਡਰ ਹੋ, ਆਪਨ ਨਿਕਟ ਬੁਲਾਵ ਹੋ। ਮਹਾਰਾਜ ਇਹਨਾਂ ਤੋਂ ਛਡਾਓ ਸਾਨੂੰ। ਕਾਮ, ਕ੍ਰੋਧ, ਲੋਭ, ਝੂਠ, ਨਿੰਦਾ, ਇਨ ਤੇ ਆਪ ਛਡਾਵ ਹੋ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਛਡਾ ਦਿਓ ਸਾਨੂੰ, ਕਿਰਪਾ ਕਰ ਦਿਓ। ਇਹਦਾ ਮਤਲਬ ਇਹਨਾਂ ਨੇ ਬੰਦੇ ਨੂੰ ਫੜਿਆ ਹੋਇਆ ਜੀ। ਹਾਂਜੀ, ਨਿੰਦਾ ਨੇ, ਆਪਾਂ ਇੱਕ ਹੀ ਗੱਲ ਲੈ ਲਈਏ ਜੀ, ਨਿੰਦਾ ਨੇ ਬੰਦੇ ਨੂੰ ਫੜਿਆ ਹੋਇਆ ਜੀ। ਹਾਂਜੀ, ਇੱਕ ਆਪਾਂ ਕਿਸੇ ਚੀਜ਼ ਨੂੰ ਛੱਡਣਾ, ਇੱਕ ਉਹਨੇ ਸਾਨੂੰ ਛੱਡਣਾ ਜੀ, ਬੜਾ ਫਰਕ ਹੈ ਜੀ। ਅੱਜ ਕਿਹਾ ਕੋ ਵਾਹਿਗੁਰੂ। ਗੁਰੂ ਸਾਹਿਬ ਨੇ ਛਡਾਵਹੁ ਸ਼ਬਦ ਵਰਤਿਆ ਜੀ। ਛਡਾਵਹੁ, ਕਾਮ, ਕ੍ਰੋਧ, ਲੋਭ, ਝੂਠ, ਨਿੰਦਾ, ਇਨ ਤੇ ਆਪ ਛਡਾਵਹੁ। ਮਹਾਰਾਜ ਸਾਨੂੰ ਛਡਾ ਦਿਓ ਇਹਨਾਂ ਤੋਂ, ਸਾਨੂੰ ਛਡਾ ਦਿਓ ਸੱਚੇ ਪਾਤਸ਼ਾਹ। ਹਾਂਜੀ, ਗੁਰੂ ਸਾਹਿਬ ਅੱਗੇ ਅਰਦਾਸ ਕਰਿਆ ਕਰੋ। ਨਿੰਦਾ ਮਾਸੀ ਹੈ ਜੀ, ਮਾਸੀ ਜੀ। ਇਹਨੇ ਹਰ ਇੱਕ ਨੂੰ ਫੜਿਆ ਜੀ, ਤੇ ਇਸ ਤਰੀਕੇ ਨਾਲ ਫੜਿਆ ਜੀ ਵੀ ਕਿਸੇ ਦੇ ਵੀ ਵਾਸਤੇ ਗੁਰਮੁਖੋ ਇਹਦੇ ਤੋਂ ਬਚਣਾ ਬੜੀ ਔਖੀ ਗੱਲ ਹੈ। ਸੱਚੇ ਪਾਤਸ਼ਾਹ ਕਿਰਪਾ ਕਰਨ। ਕਾਮ ਹੋਵੇ, ਕ੍ਰੋਧ ਹੋਵੇ, ਲੋਭ ਹੋਵੇ, ਝੂਠ ਹੋਵੇ। ਹਾਂਜੀ, ਝੂਠ ਨੂੰ ਬੰਦੇ ਨੇ ਨਹੀਂ ਫੜਿਆ। ਮਹਾਰਾਜ ਕਹਿੰਦੇ ਝੂਠ ਨੂੰ ਬੰਦੇ ਨੇ ਫੜਿਆ। ਵਾਹਿਗੁਰੂ ਬੰਦੇ ਨੂੰ ਝੂਠ ਨੇ ਫੜਿਆ ਕਹਿਣ ਲੱਗੇ। ਹਾਂਜੀ, ਸੋ ਆਪ ਜੀ ਬੜੇ ਪ੍ਰੇਮ ਦੇ ਨਾਲ ਗੁਰੂ ਜੀ ਦੀ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੀ। ਤੇ ਇਹਦੇ ਤੋਂ ਅੱਗੇ ਜਿਹੜੀ ਸ਼ਬਦ ਪੰਕਤੀ ਮਹਾਰਾਜ ਨੇ ਕਿਰਪਾ ਕੀਤੀ, ਇਹ ਭੀਤਰ ਤੇ ਇਨਕੋ ਡਰ ਹੋ, ਆਪਨ ਨਿਕਟ ਬੁਲਾਵ ਹੋ। ਇਹਦਾ ਮਤਲਬ ਜਿੰਨਾ ਚਿਰ ਤੱਕ ਬੰਦੇ ਨੂੰ ਇਹਨਾਂ ਚੀਜ਼ਾਂ ਨੇ ਫੜਿਆ ਨਾ ਜੀ, ਬੰਦਾ ਗੁਰੂ ਜੀ ਦੇ ਨੇੜੇ ਨਹੀਂ ਜਾ ਸਕਦਾ ਜੀ, ਬੰਦਾ ਰੱਬ ਦੇ ਨੇੜੇ ਨਹੀਂ ਜਾ ਸਕਦਾ। ਵਾਹਿਗੁਰੂ ਜੀ ਕਿਰਪਾ ਕਰੇ, ਦਇਆ ਕਰੇ। ਕਿਸੇ ਦੂਜੇ ਦੀ ਨਿੰਦਾ ਕਰਨ ਦਾ ਸੁਭਾਅ ਬੰਦਿਆਂ ਦਾ ਬਣਿਆ, ਜਾਂ ਫਿਰ ਝੂਠ ਬੋਲਣ ਵਾਲਾ ਸੁਭਾਅ ਬਣਿਆ ਸਾਡਾ। ਮੈਂ ਆਪਣੀ ਗੱਲ ਕਰ ਰਿਹਾ ਜੀ, ਆਪਣੀ ਗੱਲ। ਹਾਂਜੀ, ਫਿਰ ਸਾਡਾ ਮੇਰਾ ਸੁਭਾਅ ਜਿਹੜਾ ਬਣਿਆ ਜੀ, ਕ੍ਰੋਧ ਵਾਲਾ ਬੜਾ ਬਣਿਆ ਜੀ। ਗੁਰੂ ਸਾਹਿਬ ਕਿਰਪਾ ਕਰੇ, ਦਇਆ ਕਰੇ, ਇਹਨਾਂ ਚੀਜ਼ਾਂ ਤੋਂ ਬਚਾ ਕੇ ਇਹਨਾਂ ਨੂੰ ਛਡਾ ਦੇਣ, ਇਹਨਾਂ ਦੇ ਪੰਜੇ ਚੋਂ ਅਸੀਂ ਆਜ਼ਾਦ ਹੋ ਜਾਈਏ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਨੇੜਤਾ ਮਿਲ ਸਕੇ ਜੀ ਸਾਨੂੰ। ਗੱਜ ਕੇ ਆਖੋ ਵਾਹਿਗੁਰੂ। ਹੋਰ ਗੱਜ ਕੇ ਆਖੋ ਵਾਹਿਗੁਰੂ। ਹਾਂ, ਸੱਚੇ ਪਾਤਸ਼ਾਹ ਕਿਰਪਾ ਕਰਨ, ਦਇਆ ਕਰਨ।
ਆਪ ਹੀ ਬਚਾ ਲੈਣ ਸੱਚੇ ਪਾਤਸ਼ਾਹ। ਧੰਨ ਗੁਰੂ ਗ੍ਰੰਥ ਸਾਹਿਬ ਸਭ ਤੇ ਮਿਹਰ ਕਰਨ ਜੀ। ਇਹ ਬੰਦੇ ਦੀਆਂ ਬੁਨਿਆਦੀ ਕਮਜ਼ੋਰੀਆਂ ਨੇ ਜੀ, ਬੁਨਿਆਦੀ ਕਮਜ਼ੋਰੀਆਂ ਕਿਸੇ ਨਾ ਕਿਸੇ ਤਰੀਕੇ ਅਨੁਸਾਰ ਬੰਦੇ ਦੇ ਵਿੱਚ ਵੜੀਆਂ ਪਈਆਂ ਜੀ, ਵੜੀਆਂ ਪਈਆਂ। ਤਕਰੀਬਨ ਹਰ ਇੱਕ ਦੀ ਬੁਨਿਆਦੀ ਕਮਜ਼ੋਰੀ ਹੈ ਜੀ। ਕਿਸੇ ਦੀ ਕਾਮ ਹੋਏਗੀ, ਕਿਸੇ ਦਾ ਕ੍ਰੋਧ ਹੋਏਗਾ, ਕਿਸੇ ਦਾ ਲੋਭ ਹੋਏਗਾ, ਕੋਈ ਝੂਠ ਬੋਲਦਾ ਹੋਏਗਾ ਤੇ ਕੋਈ ਨਿੰਦਾ ਕਰਦਾ ਹੋਏਗਾ। ਨਿੰਦਾ ਦਾ ਤੇ ਝੂਠ ਦਾ ਆਪਸ ਵਿੱਚ ਬਹੁਤ ਸੰਬੰਧ ਹੈ ਜੀ। ਜਿਹੜੀ ਨਿੰਦਾ ਨਾ ਜੀ, ਦੂਜੇ ਨੂੰ ਮਾੜਾ ਕਹਿਣਾ, ਤੇ ਝੂਠ, ਇਹ ਆਪਸ ਵਿੱਚ ਸੰਬੰਧ ਹੈ ਜੀ। ਅਸੀਂ ਆ ਸੰਸਾਰੀ ਜੀਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਬੈਠੇ ਹਾਂ। ਸਾਡੇ ਕੋਲੋਂ ਕਿਹਾ ਜਾਂਦਾ ਜੀ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਲੱਖ ਯਤਨ ਕਰੀਏ ਪਰ ਕਿਸੇ ਨਾ ਕਿਸੇ ਗੱਲ ਤੋਂ ਕਿਹਾ ਜਾਂਦਾ ਜੀ ਸਾਡੇ ਕੋਲੋਂ ਜੀ। ਨਿੰਦਾ ਵੀ ਹੋ ਜਾਂਦੀ ਤੇ ਝੂਠ ਵੀ ਬੋਲਿਆ ਜਾਂਦਾ ਜੀ। ਆਪਾਂ ਸੰਸਾਰੀ ਆਪਣੇ ਜੀਵਨ ਦੀ ਗੱਲ ਕਰੀਏ ਜੀ, ਕਿਹਾ ਜਾਂਦਾ ਦੂਜੇ ਨੂੰ ਚੰਗਾ ਕਹਿਣ ਵਾਸਤੇ, ਤਾਂ ਵੀ ਥੋੜਾ ਜਿਹਾ ਨਿੰਦਾ ਤੇ ਝੂਠ ਬੋਲਿਆ ਜਾਂਦਾ ਜੀ। ਹਾਂਜੀ, ਬੰਦਾ ਫਸ ਚੁੱਕਾ ਜੀ, ਤੇ ਬੜੀ ਬੁਰੀ ਤਰ੍ਹਾਂ ਫਸਿਆ ਹੋਇਆ ਜੀ। ਸੱਚੇ ਪਾਤਸ਼ਾਹੀ ਕਿਰਪਾ ਕਰਨ। ਜਿਸ ਤਰੀਕੇ ਨਾਲ ਗੁਰਬਾਣੀ ਦੇ ਸ਼ਬਦ ਵਿੱਚ ਗੁਰੂ ਜੀ ਨੇ ਕਿਰਪਾ ਕੀਤੀ ਹੈ, ਬੇਨਤੀ ਕਰਨ ਦਾ ਤਰੀਕਾ ਦੱਸਿਆ, ਉਵੇਂ ਆਪਾਂ ਹਰ ਰੋਜ਼ ਹੀ ਬੇਨਤੀ ਕਰਿਆ ਕਰੀਏ। ਹਾਂਜੀ, ਬੜੇ ਪ੍ਰੇਮ ਨਾਲ ਆਖੋ ਜੀ ਵਾਹਿਗੁਰੂ 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 ਵਾਹਿਗੁਰੂ। ਜਦੋਂ ਬਹੁਤ ਜ਼ਿਆਦਾ ਅਭਿਆਸ ਹੋ ਜਾਂਦਾ ਨਾ ਜੀ, ਅਭਿਆਸੀ ਪੁਰਸ਼ ਦਾ, ਉਹਦੇ ਅੰਦਰੋਂ ਫਿਰ ਗੁਰੂ ਜੀ ਦੀ ਕਿਰਪਾ ਦੇ ਨਾਲ ਆਪੇ ਇਹ ਚੀਜ਼ਾਂ ਦੂਰ ਹੋਣ ਲੱਗ ਪੈਂਦੀਆਂ ਜੀ। ਜਿੰਨਾ ਚਿਰ ਤੱਕ ਥੋੜਾ ਅਭਿਆਸ ਹੈ, ਉਹਨਾਂ ਚਿਰ ਤੱਕ ਇਹਨਾਂ ਚੀਜ਼ਾਂ ਦਾ ਪੂਰਾ ਅਸਰ ਰਹਿੰਦਾ ਜੀ ਬੰਦੇ ਉੱਤੇ ਜੀ। ਹਾਂਜੀ, ਨਾ ਚਾਹੁੰਦਿਆਂ ਹੋਇਆਂ ਵੀ ਨਿੰਦਾ ਵੀ ਹੋ ਜਾਂਦੀ ਹੈ, ਝੂਠ ਵੀ ਬੋਲਿਆ ਜਾਂਦਾ, ਸਭ ਕੁਝ ਹੋ ਜਾਂਦਾ। ਸੱਚੇ ਪਾਤਸ਼ਾਹ ਆਪ ਬਚਾ ਲੈਣ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫੇਰ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸੱਚੇ ਪਾਤਸ਼ਾਹ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ ਆਪ ਸਮੂਹ ਸੰਗਤ ਬੜੇ ਹੀ ਪ੍ਰੇਮ ਨਾਲ ਸਰਵਣ ਕਰ ਰਹੇ ਹੋ। ਸੱਚੇ ਪਾਤਸ਼ਾਹ ਜੀ ਮਹਾਰਾਜ ਸ੍ਰੀ ਕਰਤਾਰਪੁਰ ਸਾਹਿਬ, ਜਲੰਧਰ ਵਾਲੇ ਕਰਤਾਰਪੁਰ ਸਾਹਿਬ ਵਿੱਚ ਸੱਚੇ ਪਾਤਸ਼ਾਹ ਜੀ ਮਹਾਰਾਜ ਸੁਭਾਏਮਾਨ ਨੇ। ਬਹੁਤ ਜ਼ਿਆਦਾ ਸਿੱਖ ਸੰਗਤਾਂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆਈਆਂ। ਜਿੱਥੇ ਸਿੱਖ ਸੰਗਤਾਂ ਆਈਆਂ, ਉੱਥੇ ਬੜਾ ਵੱਡਾ ਸੂਰਬੀਰ ਪੈਂਦੇ ਖਾਂ ਵੀ ਗੁਰੂ ਜੀ ਦੀ ਹਜ਼ੂਰੀ ਵਿੱਚ ਆਇਆ ਜੀ। ਜਦੋਂ ਪੈਂਦੇ ਖਾਂ ਆਇਆ, ਉਹਨੇ ਸੱਚੇ ਪਾਤਸ਼ਾਹ ਜੀ ਦੇ ਨਾਲ ਬਚਨ ਕੀਤੇ, ਮਹਾਰਾਜ ਮੈਨੂੰ ਕਿਉਂ ਨਹੀਂ ਤੁਸੀਂ ਜੰਗ ਵਿੱਚ ਸੱਦਿਆ, ਮੈਂ ਵੀ ਕੰਮ ਆਉਂਦਾ। ਸੱਚੇ ਪਾਤਸ਼ਾਹ ਜਾਣ ਕੇ ਵੀ ਇਹ ਕਿੱਥੋਂ ਬੋਲ ਰਿਹਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਕੋਈ ਨਹੀਂ, ਅਗਲਾ ਜੰਗ ਹੋਣਾ, ਉਹਦੇ ਵਿੱਚ ਤੈਨੂੰ ਵੀ ਵੇਖਾਂਗੇ। ਕਹਿਣ ਲੱਗੇ, ਹਾਂਜੀ, ਤੇਰਾ ਵੀ ਕੰਮ ਆ ਜਾਏਗਾ। ਕਹਿਣ ਲੱਗੇ, ਅਗਲੇ ਜੰਗ ਵਿੱਚ। ਇਹ ਆਉਣ ਵਾਲੇ ਸਮੇਂ ਦਾ ਕੀ ਪਤਾ ਜੀ, ਇਹ ਸਾਨੂੰ ਕੀ ਪਤਾ ਜੀ, ਆਉਣ ਵਾਲਾ ਸਮਾਂ ਕੈਸਾ ਜੀ, ਗੁਰੂ ਜੀ ਜਾਣਦੇ। ਇਸ ਕਰਕੇ ਡਰਦੇ ਹੀ ਰਹਿਣਾ ਚਾਹੀਦਾ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਮੈਂ ਅੱਗੇ ਵੀ ਇੱਕ ਦਿਨ ਬੇਨਤੀ ਕੀਤੀ ਸੀ, ਸੰਗਤ ਜੀ, ਇੱਕ ਮਨੁੱਖ ਉਹ ਬੜਾ ਹੀ ਪ੍ਰੇਰਨਾ ਕਰਿਆ ਕਰੇ ਸੰਗਤ ਨੂੰ ਵੀ ਤੁਸੀਂ ਦਰਬਾਰ ਸਾਹਿਬ ਜਾਇਆ ਕਰੋ, ਦਰਬਾਰ ਸਾਹਿਬ ਦੇ ਦਰਸ਼ਨ ਕਰਿਆ ਕਰੋ, ਦਰਬਾਰ ਸਾਹਿਬ ਵਿੱਚ ਜਾ ਕੇ ਇਸ਼ਨਾਨ ਕਰਿਆ ਕਰੋ ਸਰੋਵਰ ਵਿੱਚ, ਦਰਬਾਰ ਸਾਹਿਬ ਜਾ ਕੇ ਗੁਰੂ ਕੀ ਬਾਣੀ ਦਾ ਕੀਰਤਨ ਸੁਣਿਆ ਕਰੋ। ਹਾਂਜੀ, ਬੜੀ ਉਹਨੇ ਲੋਕਾਂ ਨੂੰ ਪ੍ਰੇਰਨਾ ਕੀਤੀ ਤੇ ਲੋਕ ਜਾਣ ਵੀ ਲੱਗ ਪਏ ਜੀ। ਹਾਂਜੀ, ਕਿਤੇ ਇਹੋ ਜਿਹੀ ਸੰਗਤ ਹੋ ਗਈ ਮਾੜੀ ਕਿਸਮਤ ਦੇ ਨਾਲ, ਕਿਉਂਕਿ ਸੰਗਤ ਦਾ ਵੀ ਬੜਾ ਅਸਰ ਨਾ ਜੀ। ਹਾਂਜੀ, ਮਾੜੀ ਸੰਗਤ ਨੂੰ ਮਾੜਾ ਹੀ ਕਹਿਣਾ ਪਏਗਾ ਜੀ। ਹਾਂਜੀ, ਸੰਗਤ ਇਹੋ ਜਿਹੀ ਹੋ ਗਈ, ਉਹੋ ਹੀ ਬੰਦਾ ਦੁਨੀਆ ਨੂੰ ਕਹਿਣ ਲੱਗ ਪਿਆ ਵੀ ਦਰਬਾਰ ਸਾਹਿਬ ਜਾਣ ਦਾ ਫਾਇਦਾ ਹੀ ਕੋਈ ਨਹੀਂ ਹੈਗਾ ਜੀ। ਉਹੋ ਹੀ ਬੰਦਾ ਲੋਕਾਂ ਨੂੰ, ਸੰਗਤ ਨੂੰ ਦਰਬਾਰ ਸਾਹਿਬ ਜਾਣ ਤੋਂ ਰੋਕਣ ਲੱਗ ਪਿਆ ਜੀ। ਹਾਂਜੀ, ਇੰਨਾ ਜੀਵਨ ਬਦਲ ਜਾਂਦਾ ਜੀ। ਉਹੋ ਹੀ ਚੰਗੀ ਸੰਗਤ ਸੀ ਤੇ ਲੋਕਾਂ ਨੂੰ ਪ੍ਰੇਰਿਤ ਕਰਦਾ ਸੀ, ਉਹੋ ਹੀ ਮਾੜੀ ਸੰਗਤ ਹੋ ਗਈ ਜੀ ਤੇ ਲੋਕਾਂ ਨੂੰ ਕਹਿਣ ਲੱਗ ਪਿਆ ਵੀ ਦਰਬਾਰ ਸਾਹਿਬ ਜਾਣ ਦੀ ਲੋੜ ਹੀ ਨਹੀਂ ਹੈ ਕੀ ਜੀ। ਇਸ ਕਰਕੇ ਡਰਦੇ ਹੀ ਰਹਿਣਾ ਚਾਹੀਦਾ ਜੀ। ਕਿਸੇ ਵੇਲੇ ਵੀ ਕਿਹੋ ਜਿਹਾ ਵੀ ਸਮਾਂ ਬਣ ਸਕਦਾ ਜੀ। ਸਤਿਗੁਰੂ ਕਿਰਪਾ ਕਰਨ, ਦਇਆ ਕਰਨ। ਮਹਾਰਾਜ ਪੈਂਦੇ ਖਾਂ ਨੂੰ ਕਹਿਣ ਲੱਗੇ, ਪੈਂਦੇ ਖਾਂ ਆਉਣ ਵਾਲੇ ਸਮੇਂ ਵਿੱਚ ਵੇਖਾਂਗੇ ਸਮਾਂ ਕੈਸਾ ਆ ਰਿਹਾ। ਹੁਣ ਇਹਦੇ ਤੋਂ ਅੱਗੇ ਕਥਾ ਆਰੰਭ ਹੋ ਰਹੀ ਹੈ।
7 ਰਾਸਾਂ ਇਸ ਗ੍ਰੰਥ ਦੀਆਂ ਸੰਪੂਰਨ ਹੋ ਗਈਆਂ। 7 ਰਾਸਾਂ ਜੀ। 8ਵੀਂ ਰਾਸ ਅੱਜ ਇਸ ਗ੍ਰੰਥ ਦੀ ਆਰੰਭ ਹੋ ਰਹੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਕਿਰਪਾ ਕਰਨ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਹੁਣ ਘਰ ਵਿੱਚ ਸੱਜੇ ਜੀ, ਆਪਣੇ ਘਰ ਵਿੱਚ ਜੀ। ਹਾਂਜੀ, ਮਾਤਾ ਮਰਵਾਹੀ ਜੀ ਔਰ ਧੰਨ ਮਾਤਾ ਨਾਨਕੀ ਜੀ, ਧੰਨ ਮਾਤਾ ਮਰਵਾਹੀ ਜੀ ਪਰਿਵਾਰ ਦੇ ਜੀ ਸਾਰੇ ਮਹਾਰਾਜ ਜੀ ਦੇ ਆਸੇ ਪਾਸੇ ਬੈਠੇ ਨੇ। ਇਹਦੇ ਤੋਂ ਅੱਗੇ ਕਥਾ ਆਰੰਭ ਹੋ ਰਹੀ ਹੈ। ਬੜੇ ਪ੍ਰੇਮ ਦੇ ਨਾਲ ਸਾਰੀ ਸੰਗਤ ਦੋਵੇਂ ਹੱਥ ਜੋੜੋ ਤੇ ਗੱਜ ਕੇ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਪ੍ਰੇਮ ਵਿੱਚ ਆਓ, ਮਹਾਰਾਜ ਜੀ ਦੇ ਸੁਰਤ ਰਾਹੀਂ ਦਰਸ਼ਨ ਕਰਕੇ ਆਖੋ ਜੀ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਬੜੇ ਹੀ ਪ੍ਰੇਮ ਦੇ ਨਾਲ ਦੋਵੇਂ ਹੱਥ ਜੋੜ ਕੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਰਾਮ ਕੋਇਰ ਭਾਈ ਕਥਾ ਬਰਨੰਤ ਸੁਣਾਵੇ। ਸਾਧ ਸੰਗਤ ਜੀ, ਭਾਈ ਸੰਤੋਖ ਸਿੰਘ ਜੀ ਨੇ 8ਵੀਂ ਰਾਸ ਆਰੰਭ ਕਰਨ ਤੋਂ ਪਹਿਲਾਂ 10 ਹੀ ਗੁਰੂਆਂ ਦਾ ਮੰਗਲ ਕੀਤਾ ਜੀ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਗੁਣ ਵੱਖਰੇ ਲਿਖੇ, ਧੰਨ ਗੁਰੂ ਅੰਗਦ ਸਾਹਿਬ ਜੀ ਦੇ, ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ, ਗੁਰੂ ਰਾਮਦਾਸ ਜੀ ਦੇ, ਸਾਰੇ ਗੁਰੂ ਸਾਹਿਬਾਂ ਦੇ ਜੀ। ਇਹ ਸਿਆਣੇ ਕਵੀਆਂ ਦੀ ਨਿਸ਼ਾਨੀ ਹੈ ਜੀ। ਜਦੋਂ ਉਹ ਆਪਣੀ ਕਵਿਤਾ ਸ਼ੁਰੂ ਕਰਨ, ਗ੍ਰੰਥ ਸ਼ੁਰੂ ਕਰਨ ਜਾਂ ਨਵੀਂ ਗੱਲ ਸ਼ੁਰੂ ਕਰਨ ਤੇ ਵੱਡਿਆਂ ਨੂੰ ਨਮਸਕਾਰ ਕਰਦੇ ਜੀ। ਭਾਈ ਸੰਤੋਖ ਸਿੰਘ ਜੀ 10 ਗੁਰੂ ਸਾਹਿਬਾਂ ਦਾ ਮੰਗਲ ਕਰਕੇ ਨਮਸਕਾਰ ਕਰਕੇ ਤੇ ਸਾਧ ਸੰਗਤ ਜੀ ਅੱਗੋਂ ਕਥਾ ਆਰੰਭ ਕਰਦੇ। ਧਿਆਨ ਨਾਲ ਸੁਣੋ। ਰਾਮ ਕੋਇਰ। ਰਾਮ ਕੋਇਰ ਭਾਈ ਕਥਾ ਬਰਨੰਤ ਸੁਣਾਵੇ। ਭਾਈ ਰਾਮ ਕੋਇਰ ਦੀ ਕਥਾ ਕਰ ਰਹੇ ਜੀ, ਜਿਵੇਂ ਆਪ ਜੀ ਕਥਾ ਸੁਣ ਰਹੇ ਹੋ ਨਾ ਜੀ। ਭਾਈ ਰਾਮ ਕੋਇਰ ਜੀ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਅੰਸ਼ ਬੰਸ਼ ਵਿੱਚੋਂ ਸਨ ਜੀ। ਔਰ ਰਾਮ ਕੋਇਰ ਜੀ ਉਹ ਮਹਾਂਪੁਰਸ਼ ਸਨ, ਉਹ ਮਹਾਨ ਹਸਤੀ ਸੀ ਜਿਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਲਾਇਆ ਸੀਗਾ ਜੀ। ਸੰਗਤਾਂ ਨੇ ਭਾਈ ਰਾਮ ਕੋਇਰ ਜੀ ਨੂੰ ਆਖਿਆ ਸੀ ਵੀ ਤੁਸੀਂ ਬ੍ਰਹਮ ਗਿਆਨੀ ਹੋ, ਅਗਲਾ ਪਿਛਲਾ ਸਮਾਂ ਸਾਰਾ ਜਾਣਦੇ ਹੋ ਤੇ ਤੁਸੀਂ ਸਾਨੂੰ ਕਥਾ ਸੁਣਾਓ ਜੀ। ਭਾਈ ਰਾਮ ਕੋਇਰ ਜੀ ਨੇ ਬਚਨ ਆਖਿਆ। ਭਾਈ ਰਾਮ ਕੋਇਰ ਜੀ ਗਾਂ ਜਾ ਕੇ ਅੰਮ੍ਰਿਤ ਛਕ ਕੇ ਗੁਰਬਖਸ਼ ਸਿੰਘ ਬਣੇ ਸਨ ਜੀ। ਭਾਈ ਰਾਮ ਕੋਇਰ ਜੀ ਨੇ ਬਚਨ ਆਖਿਆ ਸੀ ਸੰਗਤ ਜੀ ਮੇਰੀ ਕਥਾ ਸੁਣੋਗੇ ਨਹੀਂ, ਜਿਹੜਾ ਧਿਆਨ ਨਾਲ ਕਥਾ ਸੁਣੇਗਾ ਉਹਨੂੰ ਕਥਾ ਵਿੱਚੋਂ ਗੁਰੂ ਜੀ ਦੇ ਦਰਸ਼ਨ ਵੀ ਹੋਇਆ ਕਰਨਗੇ ਜੀ। ਹਾਂਜੀ, ਭਾਈ ਰਾਮ ਕੋਇਰ ਜੀ ਨੇ ਉਹ ਬਚਨ ਕੀਤਾ ਸੀਗਾ ਜੀ। ਉਹ ਹੁਣ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਆਪ ਜੀ ਕਥਾ ਸੁਣ ਰਹੇ ਹੋ। ਭਾਈ ਰਾਮ ਕੋਇਰ ਜੀ ਬੜੇ ਪ੍ਰੇਮ ਨਾਲ ਗੁਰੂ ਸਾਹਿਬ ਦੀ ਕਥਾ ਕਰ ਰਹੇ ਸਨ। ਹਾਂਜੀ। ਸੁਣ ਹੈ ਸਿੰਘ ਚਿਤ ਚੌਂਪਸੋ ਮਨ ਮੋਦ ਪਾਵੇ। ਤੇ ਗੁਰੂ ਕੇ ਸਿੱਖ, ਗੁਰੂ ਕੀਆਂ ਸਿੰਘ, ਗੁਰੂ ਕੀਆਂ ਫੌਜਾਂ ਬੜੇ ਪਿਆਰ ਦੇ ਨਾਲ ਇਹ ਗੁਰੂ ਘਰ ਦਾ ਪਵਿੱਤਰ ਇਤਿਹਾਸ ਸੁਣਦੇ ਹੁੰਦੇ ਸੀਗੇ ਜੀ। ਜਿਵੇਂ ਤੁਸੀਂ ਹਰ ਰੋਜ਼ ਹੀ ਸਮੇਂ ਤੇ ਆ ਕੇ ਸੱਜ ਜਾਂਦੇ ਹੋ ਨਾ ਜੀ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹਰ ਰੋਜ਼ ਹੀ ਸਮੇਂ ਤੇ ਆ ਕੇ ਸੱਜ ਜਾਂਦੇ ਹੋ, ਕਈ ਸਮੇਂ ਤੋਂ ਪਹਿਲਾਂ ਹੀ ਆ ਕੇ ਬਹਿ ਜਾਂਦੇ ਜੀ। ਹਾਂਜੀ, ਐਵੇਂ ਇਸੇ ਤਰ੍ਹਾਂ ਹੀ ਉਸ ਸਮੇਂ ਸੰਗਤਾਂ ਐ ਸਮਾਂ ਉਡੀਕਦੀਆਂ ਹੁੰਦੀਆਂ ਸਨ ਜੀ, ਕਦੋਂ ਗੁਰੂ ਕੇ ਇਤਿਹਾਸ ਦੀ ਕਥਾ ਹੋਏਗੀ ਜੀ। ਭਾਈ ਰਾਮ ਕੋਇਰ ਜੀ ਇਤਿਹਾਸ ਦੀ ਕਥਾ ਕਰ ਰਹੇ ਨੇ। ਸਿੱਖ ਪਹਿਲਾਂ ਹੀ ਆ ਕੇ ਸੱਜ ਜਾਂਦੇ ਜੀ ਤੇ ਬੜੇ ਚਾਅ ਨਾਲ ਮਹਾਰਾਜ ਜੀ ਦੀ ਕਥਾ ਸੁਣਦੇ ਨੇ। ਹਾਂਜੀ। ਤ੍ਰਿਪਤ ਨਾ ਹੋਏ ਚਿਤ ਰੁਚ ਬਦੇ ਬੂਝਤ ਪੁਨ ਔਰੰ। ਤੇ ਗੁਰਮੁਖੋ ਭਾਈ ਸਾਹਿਬ ਨੇ ਕਥਾ ਦੀ ਕੀਤੀ ਸਮਾਪਤੀ। ਹਾਂਜੀ, ਤੇ ਗੁਰੂ ਕੇ ਸਿੱਖ ਹੱਥ ਜੋੜ ਕੇ ਕਹਿਣ ਲੱਗੇ ਭਾਈ ਸਾਹਿਬ ਜੀ ਸਾਨੂੰ ਹੋਰ ਕਥਾ ਸੁਣਾਓ, ਅੱਗੇ ਗੁਰੂ 6ਵੇਂ ਪਾਤਸ਼ਾਹ ਮਹਾਰਾਜ ਨੇ ਕੀ ਕੀਤਾ। ਹਾਂਜੀ। ਸ਼੍ਰੀ ਹਰਗੋਬਿੰਦ ਕੀ ਕਥਾ ਸੂਰਨ ਸਿਰ ਮੋਰੰ। ਕਿਉਂ ਇਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜਿਹੜੀ ਕਥਾ ਇਹ ਬੜਾ ਹੀ ਸੁੱਖ ਦੇ ਰਹੀ ਹੈ। ਬੜੇ ਸੂਰਬੀਰ ਸੂਰਮਿਆਂ ਦੀ ਕਥਾ, ਸ਼੍ਰੋਮਣੀ ਸੂਰਮਿਆਂ ਦੀ ਕਥਾ ਆ ਰਹੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਸਾਨੂੰ ਅੱਗੇ ਵਾਹਿਗੁਰੂ ਭਾਈ ਰਾਮ ਕੋਇਰ ਜੀ ਨੂੰ ਆਖਿਆ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਭਾਈ ਰਾਮ ਕੋਇਰ ਜੀ ਨੂੰ ਆਖਿਆ ਭਾਈ ਜੀ
ਸਾਨੂੰ ਅੱਗੋਂ ਕਥਾ ਸੁਣਾਓ, ਅੱਗੋਂ ਕਥਾ ਅੱਗੇ ਕੀ ਹੋ ਰਿਹਾ ਹੈ। ਹਾਂਜੀ। ਅਸਨ ਅਚਵ ਮੰਦਰ ਥਿਰੇ ਸਤਿਗੁਰ ਜਿਸ ਕਾਲਾ। ਤੇ ਗੁਰਮੁਖੋ ਭਾਈ ਰਾਮ ਕੌਰ ਜੀ ਨੇ ਅੱਗੋਂ ਕਥਾ ਸ਼ੁਰੂ ਕੀਤੀ ਜੀ। ਉਹ ਕਹਿੰਦੇ ਭਾਈ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਪੈਂਦੇ ਖਾਂ ਨੂੰ ਉੱਤਰ ਦੇ ਕੇ ਸੰਗਤਾਂ ਨੂੰ ਦਰਸ਼ਨ ਦੇ ਕੇ ਤੇ ਵਾਪਸ ਘਰ ਵਿੱਚ ਆ ਕੇ ਸੱਜ ਗਏ ਨਾ। ਹਾਂਜੀ। ਮਰਵਾਹੀ ਅਰ ਨਾਨਕੀ ਢਿਗ ਸੇਵ ਬਿਸਾਲਾ। ਤੇ ਮਾਤਾ ਜੀ ਮਾਤਾ ਨਾਨਕੀ ਜੀ, ਮਾਤਾ ਜੀ ਮਾਤਾ ਮਰਵਾਹੀ ਜੀ ਇਹਨਾਂ ਬੜੇ ਪ੍ਰੇਮ ਨਾਲ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਪ੍ਰਸ਼ਾਦਾ ਛਕਾਇਆ। ਹਾਂਜੀ। ਬੂਝਤ ਭੀ ਰਣ ਬਾਰਤਾ ਕਿਮ ਬਦਿਓ ਬਖੇਰਾ। ਹੁਣ ਮਾਤਾ ਨਾਨਕੀ ਜੀ ਤੇ ਮਾਤਾ ਮਰਵਾਹੀ ਜੀ ਹੱਥ ਜੋੜ ਕੇ ਬੇਨਤੀ ਕਰਨ ਲੱਗੇ, ਮਹਾਰਾਜ ਆ ਜੰਗ ਇੰਨੀ ਵੱਡੀ ਹੋਈ ਕਿਸ ਤਰ੍ਹਾਂ ਮਹਾਰਾਜ? ਸਾਰਾ ਕੁਝ ਸੱਚੇ ਪਾਤਸ਼ਾਹ ਸਾਨੂੰ ਵੀ ਦੱਸੋ। ਤੁਸੀਂ ਸੰਗਤ ਨੂੰ ਦੱਸਿਆ, ਕਿਰਪਾ ਕਰੋ ਹੁਣ ਸਾਨੂੰ ਵੀ ਦੱਸੋ ਮਹਾਰਾਜ। ਹਾਂਜੀ। ਜਿਸ ਤੇ ਲਸ਼ਕਰ ਸਾਹੋ ਕੋ ਚੜਿਆਏ ਬਡੇਰਾ। ਸੱਚੇ ਪਾਤਸ਼ਾਹ ਜਿਵੇਂ ਮਹਾਰਾਜ ਜੀ ਸ਼ਾਹ ਦਾ ਲਸ਼ਕਰ ਆਇਆ ਚੜ ਕੇ, ਉਵੇਂ ਸਾਰੀ ਕਥਾ ਸਾਨੂੰ ਸੁਣਾਓ ਮਹਾਰਾਜ। ਕਿਵੇਂ ਸ਼ਾਹਜਹਾਂ ਨੇ ਫੌਜਾਂ ਘੱਲੀਆਂ ਗੁਰੂ ਘਰ ਉੱਤੇ, ਜੋ ਜੋ ਹੋਇਆ ਸੱਚੇ ਪਾਤਸ਼ਾਹ ਸਾਨੂੰ ਸਾਰਾ ਕੁਝ ਹੀ ਸੁਣਾਓ ਜੀ। ਫਿਰ ਗੁਰੂ ਸਾਹਿਬ ਨੇ ਸਾਰੇ ਜੰਗ ਦੀ ਕਥਾ ਕੀਤੀ। ਭਾਈ ਬਿਧੀ ਚੰਦ ਜੀ ਕਿਵੇਂ ਘੋੜੇ ਲੈ ਕੇ ਆਏ ਜੀ। ਹਾਂਜੀ। ਕਿਵੇਂ ਉਹਨਾਂ ਨੂੰ ਵੰਗਾਰ ਕੇ ਆਏ ਵੀ ਮੈਂ ਚੱਲਾ ਚ ਗੁਰੂ ਹਰਗੋਬਿੰਦ ਸਾਹਿਬ ਕੋਲ, ਜੁਰਤ ਹੋਏਗੀ ਤੇ ਲੈ ਕੇ ਵਿਖਾਇਓ। ਹਾਂਜੀ। ਉਹ ਸਾਰੀ ਗੱਲ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਾਤਾਵਾਂ ਨੂੰ ਦੱਸੀ ਜੀ। ਹਾਂਜੀ। ਸੁਣ ਕਰ ਸ੍ਰੀ ਸਤਿਗੁਰ ਕਹਿਓ ਬਲ ਬੁੱਧ ਬਡੇਰਾ। ਤੇ ਗੁਰਮੁਖੋ ਸੁਣ ਕੇ ਮਾਤਾਵਾਂ ਦਾ ਪ੍ਰਸ਼ਨ ਜਦੋਂ ਮਹਾਰਾਜ ਨੇ ਉੱਤਰ ਦਿੱਤਾ ਤੇ ਮਾਤਾਵਾਂ ਬਹੁਤ ਖੁਸ਼ ਹੋਈਆਂ ਜੀ। ਧੰਨ ਮਾਤਾ ਨਾਨਕੀ ਜੀ, ਧੰਨ ਮਾਤਾ ਮਰਵਾਹੀ ਜੀ ਬਹੁਤ ਖੁਸ਼ ਹੋਏ ਜੀ। ਤੇ ਸਾਡੀਆਂ ਮਾਵਾਂ ਪਤਾ ਕੀ ਕਹਿਣ ਲੱਗੇ ਆ? ਮਾਤਾਵਾਂ ਨੇ ਆਖਿਆ ਮਹਾਰਾਜ ਸੱਚੇ ਪਾਤਸ਼ਾਹ ਬਿਧੀ ਚੰਦ ਜੀ ਤੇ ਵਾਕਈ ਬੜੇ ਸਿਆਣੇ ਨੇ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਬੜੇ ਸਿਆਣੇ ਨੇ, ਸੱਚੇ ਪਾਤਸ਼ਾਹ ਬੜੀ ਬੁੱਧੀ ਵਾਲੇ ਨੇ, ਬਲ ਵਾਲਾ ਸਰੀਰ ਹੈ ਉਹਨਾਂ ਦਾ ਨਾਲੇ। ਹਾਂਜੀ। ਤਿਸ ਕੈ ਸਮ ਕੋ ਜਗਤ ਮੈਂ ਹਮ ਦੁਤੀ ਨਾ ਹੇਰਾ। ਮਹਾਰਾਜ ਗੱਲ ਤੇ ਤੁਹਾਡੀ ਸੱਚੀ ਹੈ। ਬਿਧੀ ਚੰਦ ਜੀ ਵਾਕਈ ਬੜੇ ਬਲਵਾਨ, ਬੜੇ ਜਗਤ ਵਿੱਚ ਸਿਰਮੌਰ ਸਿੱਖ ਨੇ ਸੱਚੇ ਪਾਤਸ਼ਾਹ। ਹਾਂਜੀ। ਚੋਰੀ ਕਰਬੇ ਚਾਤੁਰੀ ਐਸੀ ਉਪਜਾਵੇ। ਹਾਂਜੀ। ਸੁਣਬੇ ਦੇਖਣ ਹਾਰ ਨਰ ਸਭ ਕੋ ਬਿਸਮਾਵੇ। ਤੇ ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਮਾਤਾ ਜੀ ਕਹਿਣ ਲੱਗੇ ਮਹਾਰਾਜ ਸੁਣਿਆ ਬਾਬਾ ਬਿਧੀ ਚੰਦ ਜੀ ਚੋਰੀ ਕਰਨ ਵਿੱਚ ਬੜੇ ਮਾਹਰ ਨੇ ਮਹਾਰਾਜ, ਚੋਰੀ ਬੜੀ ਵਧੀਆ ਕਰਦੇ ਜੀ। ਇਹ ਵੀ ਗੁਣ ਵਾਹਿਗੁਰੂ ਨੇ ਦਿੱਤਾ ਹੀ ਉਹਨਾਂ ਨੂੰ ਜੀ। ਹਾਂਜੀ। ਗੁਣ ਮੈਂ ਤਾਂ ਸ਼ਬਦ ਵਰਤਨਿਆ, ਚੋਰੀ ਕਰਨਾ ਹੈ ਤੇ ਔਗੁਣ ਹੀ ਹੈ ਜੀ। ਪਰ ਬਾਬਾ ਬਿਧੀ ਚੰਦ ਜੀ ਆਪਣੇ ਵਾਸਤੇ ਚੋਰੀ ਨਹੀਂ ਕਰਦੇ ਹੁੰਦੇ, ਭਲੇ ਵਾਸਤੇ ਚੋਰੀ ਕਰਦੇ ਹੁੰਦੇ ਸੀਗੇ ਜੀ। ਹਾਂਜੀ। ਕਿਤੇ ਲੋੜ ਪੈਣੀ ਤੇ ਕਿਤੋਂ ਮਾਇਆ ਚੋਰੀ ਕਰਕੇ ਕਿਸੇ ਨੂੰ ਦੇ ਦੇਣੀ ਜੀ ਜਾ ਕੇ। ਸੋ ਬਾਬਾ ਜੀ ਨੂੰ ਵਾਹਿਗੁਰੂ ਮਾਤਾ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਬੇਨਤੀ ਕਰਨ ਦੇ, ਮਹਾਰਾਜ ਚੋਰੀ ਕਰਨ ਵਿੱਚ ਤੇ ਵਾਕਈ ਬਾਬਾ ਬਿਧੀ ਚੰਦ ਜੀ ਦਾ ਜਵਾਬ ਨਹੀਂ ਹੈਗਾ। ਹਾਂਜੀ। ਕਰੇ ਪ੍ਰਥਮ ਭੀ ਬਹੁਤ ਹੈ ਨਿਤ ਪਰ ਉਪਕਾਰ। ਮਹਾਰਾਜ ਜਦੋਂ ਚੋਰੀ ਕਰਦੇ ਨੇ ਲੋਕ ਹੈਰਾਨ ਹੀ ਰਹਿ ਜਾਂਦੇ। ਤੇ ਮਹਾਰਾਜ ਅਸੀਂ ਸੁਣਿਆ ਬਾਬਾ ਜੀ ਬਾਬਾ ਬਿਧੀ ਚੰਦ ਜੀ ਨੇ ਪਹਿਲਾਂ ਵੀ ਚੋਰੀਆਂ ਕੀਤੀਆਂ ਨੇ। ਤੇ ਮਹਾਰਾਜ ਅਸੀਂ ਸੁਣਿਆ ਵੀ ਨਾਲੇ ਭਲੇ ਵਾਸਤੇ ਚੋਰੀਆਂ ਕਰਦੇ ਸਨ। ਹਾਂਜੀ। ਸਿੱਖ ਬਣਿਓ ਵੱਡ ਗੁਰਨ ਕੋ ਰਣ ਸੂਰ ਉਧਾਰਾ। ਤੇ ਮਹਾਰਾਜ ਕਿੱਡੀ ਵੱਡੀ ਕਿਰਪਾ ਹੋ ਗਈ। ਹਾਂਜੀ। ਕਿੰਨੇ ਵੱਡੇ ਚੋਰ ਸਨ ਤੇ ਹੁਣ ਕਿੱਡੇ ਵੱਡੇ ਸਿੱਖ ਬਣੇ ਹੋਏ ਨੇ ਉਹ। ਮਹਾਰਾਜ ਜੀ ਹੁਣ ਤੇ ਜੀਵਨ ਹੀ ਬਦਲਿਆ ਪਿਆ ਉਹਨਾਂ ਦਾ। ਹਾਂਜੀ। ਕਹਿਤ ਨਾਨਕੀ ਹੈ ਪ੍ਰਭੂ ਹਿਤ ਲਿਹੋ ਬੁਲਾਈ। ਤੇ ਮਾਤਾ ਨਾਨਕੀ ਜੀ ਪਤਾ ਕੀ ਕਹਿਣ ਲੱਗੇ ਜੀ? ਅੱਜ ਕੇ ਆਖੋ ਵਾਹਿਗੁਰੂ। ਮਾਤਾ ਨਾਨਕੀ ਜੀ ਕਹਿਣ ਲੱਗੇ ਮਹਾਰਾਜ ਕਿਰਪਾ ਕਰੋ, ਜੀ ਕਰਦਾ ਵੀ ਬਾਬਾ ਬਿਧੀ ਚੰਦ ਜੀ ਦੇ ਚੋਰੀ ਦੇ ਪ੍ਰਸੰਗ ਸੁਣੀਏ ਮਹਾਰਾਜ। ਜਿਵੇਂ ਉਹਨਾਂ ਚੋਰੀ ਕੀਤੀ ਮਹਾਰਾਜ, ਕਈ ਪਹਿਲਾਂ ਚੋਰੀਆਂ ਕਰਦੇ ਰਹੇ। ਹਾਂਜੀ। ਸੱਚੇ ਪਾਤਸ਼ਾਹ ਜੀ ਕਰਦਾ ਉਹਨਾਂ ਦਾ ਚੋਰੀ ਵਾਲਾ ਪ੍ਰਸੰਗ ਸੁਣੀਏ। ਮਹਾਰਾਜ ਤੁਸੀਂ ਕਿਰਪਾ ਕਰੋ
ਇੱਥੇ ਉਹਨਾਂ ਨੂੰ ਬੁਲਾਵੋ। ਹਾਂਜੀ। ਕਿਮ ਕੀਨਸ ਦੁਸ਼ਕਰਮ ਕੋ ਤਿਮ ਦੇਹ ਸੁਣਾਈ। ਅਸੀਂ ਵੀ ਤੇ ਸੁਣੀਏ ਵੀ ਉਹ ਇੰਨਾ ਔਖਾ ਕੰਮ ਕਿਵੇਂ ਕਰਦੇ ਰਹੇ ਜੀ। ਗੁਰਮੁਖੋ, ਚੋਰੀ ਕਰਨਾ ਵੀ ਛੋਟੀ ਗੱਲ ਨਹੀਂ ਹੈਗੀ ਜੀ, ਹੈ ਤੇ ਔਗੁਣ ਹੀ ਹੈ, ਪਰ ਬਾਬਾ ਜੀ ਜਿਸ ਕੰਮ ਨੂੰ ਕਰਦੇ ਹੁੰਦੇ ਸੀ ਉਹ ਭਲੇ ਲਈ ਕਰਦੇ ਹੁੰਦੇ ਸੀਗੇ ਜੀ। ਹਾਂਜੀ। ਤੇ ਬਾਬਾ ਜੀ ਇੰਨਾ ਔਖਾ ਕੰਮ ਕਿਵੇਂ ਕਰਦੇ ਹੁੰਦੇ ਸੀਗੇ? ਮਾਤਾਵਾਂ ਪੁੱਛ ਰਹੀਆਂ ਮਹਾਰਾਜ ਸੱਚੇ ਪਾਤਸ਼ਾਹ ਨੂੰ, ਮਹਾਰਾਜ ਕਰੋ ਕਿਰਪਾ, ਬਾਬਾ ਜੀ ਨੂੰ ਆਖੋ ਬਿਧੀ ਚੰਦ ਜੀ ਨੂੰ, ਬਿਧੀ ਚੰਦ ਜੀ ਨੂੰ ਆਖੋ ਵੀ ਉਹ ਆ ਕੇ ਸਾਨੂੰ ਸਾਰੀ ਗੱਲ ਸੁਣਾਉਣ। ਹਾਂਜੀ। ਪਠਿਓ ਦਾਸ ਸ੍ਰੀ ਸਤਿਗੁਰੂ ਨਿਜ ਨਿਕਟ ਬੁਲਾਇਓ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਸੇਵਕ ਘੱਲਿਆ ਜੀ। ਹਾਂਜੀ। ਉਸ ਸੇਵਕ ਨੂੰ ਆਖਿਆ ਭਾਈ ਛੇਤੀ ਜਾਓ ਤੇ ਬਿਧੀ ਚੰਦ ਜੀ ਨੂੰ ਇੱਥੇ ਸਾਡੇ ਕੋਲ ਸੱਦੋ ਜੀ। ਰਾਤ ਦਾ ਸਮਾਂ ਸੀਗਾ ਜੀ। ਹਾਂਜੀ। ਉਹ ਸਿੱਖ ਉਸੇ ਵੇਲੇ ਗਿਆ ਜੀ। ਹਾਂਜੀ। ਆਏ ਕਰੀ ਤਬ ਬੰਦਨਾ ਨਿਜ ਸੀਸ ਨਿਵਾਇਓ। ਉਸ ਸਿੱਖ ਨੇ ਜਾ ਕੇ ਬਾਬਾ ਜੀ ਨੂੰ ਦੱਸਿਆ, ਬਾਬਾ ਬਿਧੀ ਚੰਦ ਜੀ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸੱਦ ਰਹੇ ਜੀ। ਹਾਂਜੀ। ਬਾਬਾ ਜੀ ਤਤ ਪਰ ਰਹਿੰਦੇ ਹੈਗੇ ਜੀ। ਬਾਬਾ ਬਿਧੀ ਚੰਦ ਜੀ ਦੇ ਜੀਵਨ ਵਿੱਚ ਆਲਸ ਨਹੀਂ ਜੀ ਲੱਭਦਾ ਜੀ। ਚਲੋ ਗੱਲਾਂ ਕਰ ਲੈਣੀਆਂ ਮੇਰੇ ਵਾਸਤੇ ਤਾਂ ਸੌਖੀਆਂ ਹੈਗੀਆਂ ਜੀ, ਪਰ ਬਾਬਾ ਜੀ ਦੇ ਜੀਵਨ ਵਿੱਚ ਆਲਸ ਨਹੀਂ ਸੀ ਹੈਗਾ ਜੀ। ਬਾਬਾ ਜੀ ਉਸੇ ਸਮੇਂ ਹਜੂਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਆਏ, ਆ ਕੇ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਿਆ। ਤੁਸੀਂ ਵੀ ਟੇਕੋ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਹਾਂਜੀ। ਗੁਰ ਮਹਿਲਾ ਕੋ ਮਾਤ ਕਹੈ ਮਸਤਕ ਕੋ ਟੇਕਾ। ਤੇ ਹੁਣ ਲਾਗੇ ਬੈਠੇ ਮਾਤਾ ਨਾਨਕੀ ਜੀ, ਪਾਸ ਬੈਠੇ ਮਾਤਾ ਮਰਵਾਹੀ ਜੀ। ਹਾਂਜੀ। ਦੋਵੇਂ ਮਾਤਾਵਾਂ ਪਾਸ ਹੀ ਬੈਠੇ ਨੇ ਤੇ ਬਾਬਾ ਬਿਧੀ ਚੰਦ ਜੀ ਨੇ ਮਾਂ ਕਹਿ ਕੇ ਬੁਲਾਇਆ। ਮਾਂ ਜੀ ਮੱਥਾ ਟੇਕਦੇ ਆ। ਮਾਤਾ ਜੀ ਮੱਥਾ ਟੇਕਦੇ ਨੇ ਤੁਹਾਡੇ ਚਰਨਾਂ ਵਿੱਚ। ਮਾਤਾਵਾਂ ਨੇ ਵੀ ਆਸ਼ੀਰਵਾਦ ਦਿੱਤੀ ਜੀ। ਹਾਂਜੀ। ਆਗਿਆ ਲੈ ਬੈਠਿਓ ਜਬੈ ਕਹਿ ਜਲਦ ਬਬੇਕਾ। ਤੇ ਗੁਰਮੁਖੋ ਮਹਾਰਾਜ ਨੇ ਆਗਿਆ ਦਿੱਤੀ। ਮਹਾਰਾਜ ਕਹਿੰਦੇ ਬਿਧੀ ਚੰਦ ਜੀ ਆਓ ਸਾਡੇ ਸਾਹਮਣੇ ਬੈਠੋ ਕਹਿਣ ਲੱਗੇ। ਹਾਂਜੀ। ਕਹੋ ਆਪਣੇ ਕਰਮ ਕੋ ਜਿਮ ਪੂਰਬ ਆਇਓ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਬਿਧੀ ਚੰਦ ਜੀ ਦੱਸੋ ਤੁਸੀਂ ਗੁਰੂ ਘਰ ਵਿੱਚ ਕਿਵੇਂ ਆਏ ਸੀ? ਗੱਜ ਕੇ ਆਖੋ ਵਾਹਿਗੁਰੂ। ਹਰ ਇੱਕ ਦੀ ਕੋਈ ਨਾ ਕੋਈ ਕਹਾਣੀ ਛੁਪੀ ਹੁੰਦੀ ਜੀ। ਤਕਰੀਬਨ ਜੀ ਜਿਸ ਤਰੀਕੇ ਨਾਲ ਉਹਨੇ ਗੁਰੂ ਜੀ ਦੀ ਹਜ਼ੂਰੀ ਵਿੱਚ ਆਉਣਾ ਤੇ ਜਿਵੇਂ ਬਦਲਣਾ ਨਹੀਂ ਨਾ ਜੀ ਉਹਦਾ ਜੀਵਨ, ਕੋਈ ਨਾ ਕੋਈ ਕਥਾ ਵਾਰਤਾ ਹਰ ਇੱਕ ਦੀ ਹੁੰਦੀ ਹੈ ਜੀ। ਹਾਂਜੀ। ਕਿਸੇ ਨਾ ਕਿਸੇ ਗੁਰਮੁਖ ਦੀ ਸੰਗਤ ਕੀਤੀ ਹੁੰਦੀ। ਤਕਰੀਬਨ ਮੈਂ ਦੇਖਿਆ ਜੀ ਬਹੁਤ ਸਾਰੇ ਧਾਰਮਿਕ ਪੁਰਸ਼ ਜਿਹੜੇ ਅੱਜ ਮਹਾਨ ਧਾਰਮਿਕ ਪੁਰਸ਼ ਨੇ, ਜਿਨ੍ਹਾਂ ਦੇ ਜੀਵਨ ਵਿੱਚ ਧਰਮ ਟਿਕਿਆ ਹੋਇਆ ਨਾ ਜੀ, ਉਹਨਾਂ ਨੇ ਕਿਸੇ ਨਾ ਕਿਸੇ ਗੁਰਮੁਖ ਦੀ ਸੰਗਤ ਕੀਤੀ ਹੁੰਦੀ ਜੀ। ਸੰਗਤ ਸਦਕਾ ਐਸੇ ਭਾਗ ਜਾਗਦੇ ਨੇ ਉਹ ਗੁਰੂ ਸਾਹਿਬ ਕੋਲ ਸਿੱਖ ਆ ਜਾਂਦਾ ਜੀ। ਹਾਂਜੀ। ਇਹ ਉਸ ਸਮੇਂ ਦੀ ਨਹੀਂ ਗੱਲ ਜੀ, ਇਹ ਹੁਣ ਦੀ ਵੀ ਗੱਲ ਹੈ ਜੀ। ਗੱਜ ਕੇ ਆਖੋ ਵਾਹਿਗੁਰੂ। ਜੀਵਨ ਬਦਲ ਜਾਂਦਾ ਜੀ। ਹਾਂਜੀ। ਤਕਰੀਬਨ ਹਰ ਇੱਕ ਦੀ ਕੋਈ ਨਾ ਕੋਈ ਕਥਾ ਛੁਪੀ ਹੋਈ ਜੀ। ਜਿਸ ਤਰ੍ਹਾਂ ਇਸ ਪਾਸੇ ਮੁੜਿਆ ਗੁਰਮੁਖੋ ਕੋਈ ਵਿਰਲਾ ਹੀ ਹੈ ਜਿਹੜਾ ਧੁਰੋਂ ਜੁੜਿਆ ਹੀ ਆਇਆ ਹੋਵੇ ਜੀ। ਹਾਂਜੀ। ਨਹੀਂ ਤੇ ਥੋੜਾ ਬਹੁਤਾ ਇੱਧਰ ਉੱਧਰ ਜਾ ਕੇ ਹੀ ਬੰਦਾ ਇਸ ਪਾਸੇ ਆਉਂਦਾ ਜੀ। ਬਾਬਾ ਜੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਮਹਾਰਾਜ ਕਹਿੰਦੇ ਬਿਧੀ ਚੰਦ ਜੀ ਇਹ ਕਥਾ ਸੁਣਾਓ ਤੁਸੀਂ ਗੁਰੂ ਘਰ ਵਿੱਚ ਕਿਵੇਂ ਆਏ? ਹਾਂਜੀ। ਕਿਮ ਚੋਰੀ ਦੋਸ਼ ਕਰ ਕਰੀ ਧਨ ਕੋ ਹਰ ਲਿਆਇਓ। ਕਿਵੇਂ ਤੁਸੀਂ ਚੋਰੀਆਂ ਕਰਦੇ ਹੁੰਦੇ ਸੀਗੇ, ਕਿਵੇਂ ਧਨ ਲੁੱਟਦੇ ਹੁੰਦੇ ਸੀਗੇ, ਉਹ ਸਾਰੀ ਕਥਾ ਸੁਣਾਓ ਸਾਨੂੰ। ਹਾਂਜੀ। ਕਹੋ ਪ੍ਰਸੰਗ ਸਭ ਸ਼ੋਰ ਤੇ ਸੁਣਬੋ ਚਾਹੇ। ਤੇ ਸਾਰਾ ਪ੍ਰਸੰਗ ਮਹਾਰਾਜ ਕਹਿਣ ਲੱਗੇ ਆਨੰਦ ਨਾ ਸੁਣਾਓ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਸਾਰੇ ਸੁਣਨਾ ਚਾਹੁੰਦੇ, ਪਰ ਬਾਕੀ ਕਥਾਵਾਂ ਬਾਅਦ ਵਿੱਚ। ਪਹਿਲਾਂ ਇਹ ਪ੍ਰਸੰਗ ਸੁਣਾਓ, ਕਥਾ ਸੁਣਾਓ ਵੀ ਤੁਸੀਂ ਗੁਰੂ ਘਰ ਵਿੱਚ ਆਏ ਕਿਵੇਂ। ਹਾਂਜੀ। ਬਿਧੀ ਚੰਦ ਤਬ ਜੋਰ ਕਰ ਉਚਰਿਓ ਗੁਰ ਪਾਹੇ। ਤੇ ਬਾਬਾ ਬਿਧੀ ਚੰਦ ਜੀ ਨੇ ਹੱਥ ਜੋੜ ਲਏ ਜੀ। ਆਪਾਂ ਵੀ ਜੋੜ ਕੇ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਬਾਬਾ ਜੀ ਨੇ ਜੋੜ ਲਏ ਹੱਥ
ਤੇ ਬਾਬਾ ਜੀ ਫਿਰ ਅੱਗੋਂ ਬੇਨਤੀ ਕਰਨ ਲੱਗੇ, ਮਹਾਰਾਜ ਸੱਚੇ ਪਾਤਸ਼ਾਹ। ਹਾਂਜੀ, ਪੂਰਬ ਤਸਕਰ ਕਰਮ ਕੋ ਮੈਂ ਕਰਤ ਕਨੇਰੇ। ਸੱਚੇ ਪਾਤਸ਼ਾਹ ਫਿਰ ਸੁਣੋ ਮਹਾਰਾਜ। ਮਹਾਰਾਜ ਨੂੰ ਤੇ ਪਤਾ ਹੀਗਾ ਮਾਤਾਵਾਂ ਨੇ ਸਰਵਣ ਕਰਨਾ ਸੀ, ਕੁਝ ਸੰਗਤ ਨੂੰ ਪਤਾ ਲੱਗਣਾ ਸੀ ਤੇ ਕੁਝ ਇਤਿਹਾਸ ਬਣਨਾ ਸੀ, ਆਪਾਂ ਵੀ ਸੁਣਨਾ ਹੀਗਾ ਜੀ। ਤਾਂ ਮਹਾਰਾਜ ਨੇ ਪੁੱਛਿਆ, ਬਾਬਾ ਜੀ ਕਹਿਣ ਲੱਗੇ, ਮਹਾਰਾਜ ਸੁਣੋ, ਪਹਿਲਾਂ ਜਦੋਂ ਮੈਂ ਗੁਰੂ ਘਰ ਵਿੱਚ ਆਉਣ ਤੋਂ ਪਹਿਲਾਂ ਮੈਂ ਬੜੀਆਂ ਹੀ ਚੋਰੀਆਂ ਕੀਤੀਆਂ ਮਹਾਰਾਜ। ਮਹਾਰਾਜ ਮੇਰਾ ਨਾਮ ਬੜਾ ਮਸ਼ਹੂਰ ਹੁੰਦਾ ਸੀ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਲੋਕ ਜਾਣਦੇ ਸਨ ਬੀਬੀ ਦੀ ਚੰਦ ਬੜਾ ਵੱਡਾ ਚੋਰ ਹੈ। ਹਾਂਜੀ, ਹੁਣ ਬਾਬਾ ਜੀ ਦੇ ਵਰਗਾ ਸਿੱਖ ਕੋਈ ਨਹੀਂ ਜੀ, ਇਹ ਵੀ ਬੇਨਤੀ ਕਰਾਂ। ਹਾਂਜੀ, ਬਾਬਾ ਜੀ ਦਾ ਘਰ ਸਤਿਕਾਰਯੋਗ ਹੈ, ਪਰ ਗੁਰਮੁਖੋ ਇੱਧਰ ਸੁਣੋ। ਬਾਬਾ ਜੀ ਕਹਿਣ ਲੱਗੇ, ਮਹਾਰਾਜ ਮੈਂ ਪਹਿਲਾਂ ਬੜੀਆਂ ਹੀ ਚੋਰੀਆਂ ਕੀਤੀਆਂ ਤੇ ਇੱਕ ਦਿਨ ਕਿਸੇ ਗਰੀਬ ਦਾ ਭਲਾ ਕਰਨ ਵਾਸਤੇ ਮੈਂ ਮੱਝਾਂ ਚੋਰੀ ਕਰ ਲੀਆਂ। ਅੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਮਹਿ ਕੀ ਸੁੰਦਰ ਬ੍ਰਿੰਦ ਕੋ ਚੋਰੀ ਇੱਕ ਬੇਰੇ। ਸੱਚੇ ਪਾਤਸ਼ਾਹ, ਇੱਕ ਵਾਰ ਮੈਂ ਸੋਹਣੀਆਂ ਮੱਝਾਂ ਵੇਖੀਆਂ ਕਿਸੇ ਦੇ ਘਰ ਵਿੱਚ। ਹਾਂਜੀ, ਤੇ ਸੱਚੇ ਪਾਤਸ਼ਾਹ ਮੇਰੇ ਮਨ ਵਿੱਚ ਵਿਚਾਰ ਆਇਆ ਵੀ ਮੈਂ ਇਹ ਮੱਝਾਂ ਚੋਰੀ ਕਰ ਲਵਾਂ, ਗਾਂ ਕਿਸੇ ਗਰੀਬ ਨੂੰ ਦਿਆਂਗੇ, ਉਹਦਾ ਭਲਾ ਹੋਏਗਾ। ਹਾਂਜੀ, ਲੈ ਨਿਗਸਿਓ ਤੂਰਨ ਕਰਤ ਨਿਜ ਘਰ ਕੋ ਚਾਲਾ। ਇਹ ਸੱਚੇ ਪਾਤਸ਼ਾਹ ਮੇਰਾ ਚੋਰੀ ਕਰਨ ਦਾ ਤਰੀਕਾ ਵੱਖਰਾ ਹੁੰਦਾ ਸੀਗਾ ਮਹਾਰਾਜ। ਆਮ ਚੋਰ ਤੇ ਰਾਤ ਨੂੰ ਚੋਰੀ ਕਰਦਾ ਹੁੰਦਾ ਸੀ, ਮੈਂ ਦਿਨੇ ਹੀ ਚੋਰੀ ਕਰਦਾ ਸਾਂ ਮਹਾਰਾਜ, ਦਿਨੇ ਹੀ। ਤੇ ਸੱਚੇ ਪਾਤਸ਼ਾਹ ਮੈਂ ਉਸ ਦਿਨ ਸੋਹਣੀਆਂ ਮੱਝਾਂ ਵੇਖ ਕੇ ਮਹਾਰਾਜ ਇੱਕ ਘਰ ਚੋਂ ਚੋਰੀ ਕਰ ਲੀਆਂ। ਹਾਂਜੀ, ਸੁਧ ਹੋਈ ਪੁਨ ਗ੍ਰਾਮ ਕੇ ਨਿਗਸੇ ਨਰ ਜਾਲਾ। ਜਦੋਂ ਮੈਂ ਮੱਝਾਂ ਅੱਗੇ ਤੋਰੀਆਂ ਤੇ ਸੱਚੇ ਪਾਤਸ਼ਾਹ ਚੋਰੀ ਕਰਕੇ ਨਿਕਲਿਆ ਤੇ ਮਹਾਰਾਜ ਪਿੰਡ ਦੇ ਲੋਕਾਂ ਨੂੰ ਪਤਾ ਲੱਗ ਗਿਆ ਵੀ ਕੋਈ ਬਿਧੀ ਚੰਦ ਚੋਰ ਆਇਆ ਤੇ ਉਹਨੇ ਸਾਡੀਆਂ ਮੱਝਾਂ ਚੋਰੀ ਕਰ ਲੀਆਂ। ਹਾਂਜੀ, ਖੋਜ ਪਾਏ ਮੈਂ ਖੀਨ ਕੋ ਪਰਪਾਸ਼ ਪੁਕਾਰਾ। ਸੱਚੇ ਪਾਤਸ਼ਾਹ ਮਹਾਰਾਜ ਮੈਨੂੰ ਲੱਭਣ ਵਾਸਤੇ ਤੇ ਆਪਣੀਆਂ ਮੱਝਾਂ ਲੱਭਣ ਵਾਸਤੇ ਪਿੰਡ ਦੇ ਲੋਕ ਸੱਚੇ ਪਾਤਸ਼ਾਹ ਮੇਰੇ ਪਿੱਛੇ ਦੌੜ ਪਏ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਤੇ ਮਹਾਰਾਜ ਉਹਨਾਂ ਤੇ ਪੂਰਾ ਵਾਹਰ ਬਣਾ ਲਿਆ, ਪੂਰਾ ਸੱਚੇ ਪਾਤਸ਼ਾਹ ਸਮੂਹ ਬਣਾ ਲਿਆ। ਤੇ ਮਹਾਰਾਜ ਉਹ ਪਿੰਡ ਦੇ ਲੋਕਾਂ ਦਾ ਸਮੂਹ, ਬੜੇ ਬੜੇ ਵੱਡੇ ਭਾਈ, ਬੜੀ ਬੜੀ ਤੇਜ਼ ਭੱਜਣ ਵਾਲੇ, ਸੱਚੇ ਪਾਤਸ਼ਾਹ ਉਹ ਮਹਾਰਾਜ ਮੇਰੇ ਪਿੱਛੇ ਦੌੜ ਪਏ। ਹਾਂਜੀ, ਆਗੇ ਮੈਂ ਉਤਲਾਵਤ ਬਹੁ ਦੂਰ ਸਧਾਰਾ। ਇਹ ਸੱਚੇ ਪਾਤਸ਼ਾਹ ਮੈਂ ਵੀ ਫਿਰ ਦੌੜਨ ਚ ਬੜਾ ਮਹਾਰਾਜ ਤਗੜਾ ਸਾਂ ਮਹਾਰਾਜ। ਨਾਲੇ ਤੇ ਮੈਂ ਮੱਝਾਂ ਨੂੰ ਬੜਾ ਭਜਾਇਆ, ਨਾਲੇ ਆਪ ਭੱਜਿਆ ਮਹਾਰਾਜ। ਮੈਂ ਬਹੁਤ ਦੂਰ ਭੱਜ ਗਿਆ, ਬੜੀ ਦੂਰ ਭੱਜ ਗਿਆ। ਹਾਂਜੀ, ਚੋਲਹਿ ਗ੍ਰਾਮ ਸਮੀਪ ਜਬ ਪਹੁੰਚਿਓ ਉਤਲਾਏ। ਤੇ ਚੋਰੀ ਕਰਕੇ ਭੱਜਦਾ ਸੱਚੇ ਪਾਤਸ਼ਾਹ ਜਦੋਂ ਮੈਂ ਚੋਲੇ ਪਿੰਡ ਵਿੱਚ ਆਇਆ ਨਾ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਜਿਸ ਪਿੰਡ ਦੀ ਤੁਸੀਂ ਕਥਾ ਸੁਣੀ ਜੀ, ਚੋਲਾ ਸਾਹਿਬ ਦੀ। ਹਾਂਜੀ, ਜਦੋਂ ਮਹਾਰਾਜ ਨੇ ਕਿਰਪਾ ਕਰਕੇ ਕਾਗਜ਼ਾਂ 'ਚ ਹੀ ਨਾਮ ਬਦਲ ਦਿੱਤਾ ਹੈਗਾ ਜੀ ਉਸ ਪਿੰਡ ਦਾ ਜੀ, ਬਚਨ ਕਰਕੇ ਜੀ। ਹਾਂਜੀ, ਸੱਚੇ ਪਾਤਸ਼ਾਹ ਜਦੋਂ ਮੈਂ ਚੋਲੇ ਪਿੰਡ ਲਾਗੇ ਆਇਆ ਨਾ, ਹਾਂਜੀ, ਆਏ ਸੋ ਮਿਲੀ ਗੁਹਾਰ ਤਬ ਏਮ ਕਰਿਓ ਪਾਏ। ਤੇ ਸੱਚੇ ਪਾਤਸ਼ਾਹ ਮੈਂ ਵੇਖਿਆ ਦੂਜੇ ਪਿੰਡ ਦੇ ਲੋਕ ਮੇਰੇ ਲਾਗੇ ਹੀ ਪਹੁੰਚ ਗਏ ਸਨ, ਮੇਰੇ ਲਾਗੇ ਪਹੁੰਚ ਗਏ। ਥੋੜੇ ਚਿਰ ਤੱਕ ਉਹਨਾਂ ਮੈਨੂੰ ਫੜ ਲੈਣਾ ਸੀ। ਹਾਂਜੀ, ਹੋਤੋ ਤਾਲ ਜਲ ਕੋ ਭਰਿਓ ਸਭ ਮਹਿਕ ਪ੍ਰਵੇਸ਼ੀ। ਤੇ ਮਹਾਰਾਜ ਮੈਂ ਫਿਰ ਕੀ ਕੀਤਾ, ਉੱਥੇ ਲਾਗੇ ਸੱਚੇ ਪਾਤਸ਼ਾਹ ਇੱਕ ਪਾਣੀ ਦਾ ਛੱਪੜ ਸੀਗਾ। ਉਹ ਜਿੰਨੀਆਂ ਮੱਝਾਂ ਸਨ ਨਾ ਮਹਾਰਾਜ, ਮੈਂ ਫੜ ਕੇ ਸੱਚੇ ਪਾਤਸ਼ਾਹ ਉਸ ਛੱਪੜ ਵੱਲ ਨੂੰ ਕਰਤੀਆਂ ਤੇ ਮੱਝਾਂ ਛੱਪੜ ਵਿੱਚ ਵੜ ਗਈਆਂ ਜੀ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਗਰਮੀਆਂ ਦਾ ਸਮਾਂ ਹੀ, ਮੱਝਾਂ ਆਨੰਦ ਨਾਲ ਥਕੀਆਂ ਪਈਆਂ ਸਨ, ਗਰਮੀ ਲੱਗਣ ਦੀ ਸੀ। ਮਹਾਰਾਜ ਉਹ ਛੱਪੜ ਵਿੱਚ ਵੜ ਗਈਆਂ ਸਾਰੀਆਂ ਹੀ। ਹਾਂਜੀ, ਅਦਲੀ ਗੁਰ ਕੋ ਸਿੱਖ ਤਹ ਜੇ ਸਮਤ ਵਿਸ਼ੇਸ਼ੀ। ਤੇ ਸੱਚੇ ਪਾਤਸ਼ਾਹ ਚੋਰੀ ਤੇ ਬੜੇ ਚਿਰ ਦਾ ਕਰਦਾ ਸਾਂ, ਉੱਥੇ ਸੱਚੇ ਪਾਤਸ਼ਾਹ ਚੋਰੀ ਕਰਦਿਆਂ ਮੇਰੇ ਭਾਗ ਜਾਗੇ। ਗੱਜ ਕੇ ਆਖੋ ਵਾਹਿਗੁਰੂ। ਜਦੋਂ ਭਾਗ ਜਾਗਣੇ ਬਹਾਨਾ ਹੀ ਬਣਦਾ ਜੀ ਬੰਦੇ ਦਾ ਜੀ, ਬਹਾਨਾ ਹੀ ਬਣਦਾ। ਇੱਕ ਅੱਧੀ ਹਰੀ ਸੰਗਤ ਹੋਣੀ ਹੁੰਦੀ, ਬੰਦਾ ਧਾਰਮਿਕ ਬਣ ਜਾਂਦਾ ਜੀ। ਹਾਂਜੀ,
ਮਹਾਰਾਜ ਸੱਚੇ ਪਾਤਸ਼ਾਹ ਚੋਲੇ ਪਿੰਡ ਦੇ ਲਾਗੇ ਉਸ ਛੱਪੜ ਦੇ ਸਾਹਮਣੇ ਹੀ ਸੱਚੇ ਪਾਤਸ਼ਾਹ ਮਹਾਰਾਜ ਇੱਕ ਗੁਰੂ ਘਰ ਦਾ ਸਿੱਖ ਰਹਿੰਦਾ ਸੀਗਾ ਮਹਾਰਾਜ, ਜਿਸ ਸਿੱਖ ਦਾ ਨਾਮ ਭਾਈ ਅਦਲੀ ਜੀ ਸੀ। ਮਹਾਰਾਜ ਅਦਲੀ ਜੀ ਮਹਾਰਾਜ ਉਹ ਬੜੇ ਵੱਡੇ ਸਿੱਖ ਸਨ, ਬੜੇ ਨਾਮ ਸਿਮਰਨ ਦੇ ਅਭਿਆਸੀ ਸਿੱਖ ਸਨ। ਹਾਂਜੀ। ਜਾਏ ਚਰਨ ਪਰ ਮੈਂ ਪਰਿਓ ਸਭ ਬਿਨੈ ਸੁਣਾਈ। ਜਦੋਂ ਮੈਂ ਗਿਆ ਮਹਾਰਾਜ ਉਹ ਆਪਣਾ ਭਜਨ ਕਰ ਰਹੇ ਸਨ, ਚੌਂਕੜਾ ਮਾਰ ਕੇ ਬੈਠੇ ਸਨ। ਭਾਈ ਅਦਲੀ ਜੀ ਆਨੰਦ ਵਿੱਚ ਜੁੜੇ ਹੋਏ ਸੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਤੇ ਸੱਚੇ ਪਾਤਸ਼ਾਹ ਮੱਝਾਂ ਤੇ ਵੜ ਗਈਆਂ ਛੱਪੜ ਵਿੱਚ, ਤੇ ਮਹਾਰਾਜ ਸੱਚੇ ਪਾਤਸ਼ਾਹ ਮੈਂ ਚਲੇ ਗਿਆ ਬਾਬਾ ਅਦਲੀ ਜੀ ਦੇ ਕੋਲ, ਜਾ ਕੇ ਉਹਨਾਂ ਦੇ ਚਰਨ ਫੜ ਲਏ। ਹਾਂਜੀ। ਰਸਿਆ ਕੀਜੇ ਪੁੰਨ ਤੇ ਤੁਮ ਬਣੋ ਸਹਾਈ। ਤੇ ਮੈਂ ਉਹਨਾਂ ਦੇ ਚਰਨੀ ਢਹਿ ਕੇ ਬਾਬਾ ਅਦਲੀ ਜੀ ਦੇ, ਗੁਰੂ ਨਾਨਕ ਸਾਹਿਬ ਦੇ ਸਿੱਖ ਦੇ ਚਰਨੀ ਢਹਿ ਕੇ ਜਾ ਕੇ ਉਹਨਾਂ ਨੂੰ ਬੇਨਤੀ ਕੀਤੀ, ਮੈਨੂੰ ਵੈਰੀਆਂ ਤੋਂ ਬਚਾ ਲਓ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਉਹਨਾਂ ਦਾ ਪਤਾ ਨਹੀਂ ਕੈਸਾ ਜੀਵਨ। ਗੁਰਮੁਖੋ ਬਾਬਾ ਅਦਲੀ ਜੀ ਬੜੇ ਵੱਡੇ ਗੁਰਸਿੱਖ ਸਨ, ਬੜੇ ਵੱਡੇ ਅਭਿਆਸੀ ਸਨ। ਗੁਰਮੁਖੋ ਜੁੜਿਆ ਹੋਇਆ ਜੋੜ ਸਕਦਾ ਜੀ ਗਾਂ ਜੀ। ਹਾਂਜੀ। ਬਾਬਾ ਅਦਲੀ ਜੀ ਜੁੜੇ ਹੋਏ ਸਨ। ਉਹਨਾਂ ਫਿਰ ਬਾਬਾ ਬਿਧੀ ਚੰਦ ਜੀ ਨੂੰ ਸਵਾਲ ਕੀਤਾ ਵੀ ਤੇਰੇ ਪਿੱਛੇ ਕੌਣ ਲੱਗਾ ਤੇ ਤੂੰ ਕੌਣ ਹੈ? ਤੇ ਬਾਬਾ ਬਿਧੀ ਚੰਦ ਜੀ ਹੱਥ ਜੋੜ ਕੇ ਕਹਿਣ ਲੱਗੇ ਵੀ ਮੈਂ ਚੋਰ ਹਾਂ ਜੀ। ਨਹੀਂ ਤੇ ਚੋਰ ਨੂੰ ਤੁਸੀਂ ਜਿੰਨਾ ਮਰਜ਼ੀ ਮਨਾ ਲਓ, ਚੋਰ ਨਹੀਂ ਮੰਨਦਾ ਵੀ ਮੈਂ ਚੋਰ ਹਾਂ ਜੀ। ਬਾਬਾ ਬਿਧੀ ਚੰਦ ਜੀ ਹੱਥ ਜੋੜ ਕੇ ਕਹਿਣ ਲੱਗੇ ਵੀ ਮੈਂ ਚੋਰ ਹਾਂ, ਚੋਰ। ਹਾਂਜੀ। ਤੇ ਬਾਬਾ ਅਦਲੀ ਜੀ ਨੇ ਕਿਹਾ ਵੀ ਸੁਣਾ ਫਿਰ ਹੁਣ ਗਾਂ ਤੋਂ ਚੋਰੀ ਕਰੇਗਾ? ਤੇ ਕਹਿਣ ਲੱਗੇ ਵੀ ਮੈਂ ਉੱਥੇ ਕਹਿ ਦਿੱਤਾ ਵੀ ਇਸ ਵਾਰ ਬਚਾ ਲਓ, ਗਾਂ ਤੋਂ ਨਹੀਂ ਚੋਰੀ ਕਰਾਂਗਾ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਗਾਂ ਤੋਂ ਨਹੀਂ ਚੋਰੀ ਕਰਾਂਗਾ। ਹਾਂਜੀ। ਬਹੁਰ ਕਰੋ ਸਿੱਖ ਆਪਣੋ ਦੀਜਹਿ ਉਪਦੇਸਾ। ਬਾਚੋ ਤੁਸੀਂ ਮੈਨੂੰ ਆਪਣਾ ਹੀ ਬਣਾ ਲਿਓ, ਮੈਨੂੰ ਆਪਣਾ ਹੀ ਬਣਾ ਲਿਓ, ਪਰ ਹੁਣ ਮੈਨੂੰ ਬਚਾ ਲਓ। ਗੁਰਮੁਖੋ ਜਦੋਂ ਬੰਦਾ ਫਸਿਆ ਹੁੰਦਾ ਬਹੁਤ ਕੁਝ ਕਰਦਾ ਜੀ। ਹਾਂਜੀ। ਕਈ ਥਾਵਾਂ ਤੇ ਜਾਂਦਾ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਇਹ ਤੇ ਬਾਬਾ ਬਿਧੀ ਚੰਦ ਜੀ ਦੇ ਕੋਈ ਪੂਰਬਲੇ ਭਾਗ ਏਡੇ ਵੱਡੇ ਸਨ ਜੀ, ਪੂਰਬਲੀ ਕਮਾਈ ਸੀ ਜੀ ਉਹਨਾਂ ਦੀ। ਗੁਰੂ ਘਰ ਵਿੱਚ ਆਉਣ ਦਾ ਤਰੀਕਾ ਸੀਗਾ ਜੀ ਇੱਕ ਜੀ ਉਹਨਾਂ ਦਾ। ਬਾਬਾ ਅਦਲੀ ਜੀ ਨੂੰ ਆਖਿਆ ਮੈਨੂੰ ਬਾਅਦ ਚੋਂ ਉਪਦੇਸ਼ ਦੇ ਕੇ ਆਪਣਾ ਸਿੱਖ ਹੀ ਬਣਾ ਲਿਓ, ਮੈਂ ਵੀ ਤੁਹਾਡੇ ਵਾਂਗੂ ਰਾਮ ਨਾਲ ਭਜਨ ਕਰਿਆ ਕਰਾਂਗਾ। ਹਾਂਜੀ। ਉਪਕਾਰੀ ਤਮ ਸੰਤ ਹੋ ਚਿਤ ਸ਼ਾਂਤ ਵਸੇਸਾ। ਕਹਿਣ ਲੱਗੇ ਬਾਬਾ ਅਦਲੀ ਜੀ ਨੂੰ ਮੈਂ ਆਖਿਆ ਵੀ ਤੁਹਾਡੇ ਦਰਸ਼ਨ ਕਰਕੇ ਮੈਨੂੰ ਠੰਡ ਪੈ ਰਹੀ ਹੈ। ਗੱਜ ਕੇ ਆਖੋ ਵਾਹਿਗੁਰੂ। ਤੇ ਗੱਲ ਸੱਚੀ ਹੈ ਜੀ। ਹੁਣ ਵੀ ਭਜਨ ਬੰਦਗੀ ਵਾਲਾ ਹੋਵੇ, ਸਿਮਰਨ ਵਾਲਾ ਹੋਵੇ, ਵਾਹਿਗੁਰੂ ਜੀ ਦਾ ਨਾਮ ਜਪਦਾ ਹੋਵੇ, ਦਰਸ਼ਨ ਕਰਕੇ ਠੰਡ ਪਏਗੀ ਜੀ ਉਹਦੇ ਜੀ। ਗੱਲਾਂ ਬਾਤਾਂ ਵਾਲਾ ਨਹੀਂ ਹੋਵੇ ਸਿਮਰਨ ਵਾਲਾ ਜੀ, ਕਮਾਈ ਵਾਲਾ ਜੀ। ਬਾਬਾ ਅਦਲੀ ਜੀ ਦੇ ਦਰਸ਼ਨ ਕਰ ਕਰਕੇ ਮੈਨੂੰ ਠੰਡ ਪਵੇ, ਪਰ ਪਿੱਛੋਂ ਹੁਣ ਪੂਰਾ ਪਿੰਡ ਤੁਰਿਆ ਆਉਂਦਿਆ ਸੀ ਮੈਨੂੰ ਮਾਰਨ ਵਾਸਤੇ। ਮਹਾਰਾਜ ਮੈਂ ਉਹਨਾਂ ਨੂੰ ਆਖਿਆ ਵੀ ਬਾਬਾ ਜੀ ਤੁਹਾਡੇ ਦਰਸ਼ਨ ਕਰ ਕਰਕੇ ਮੈਨੂੰ ਪੈ ਰਹੀ ਹੈ ਠੰਡ, ਤੁਸੀਂ ਉਹ ਸੰਤ ਤੇ ਮੈਂ ਤੁਹਾਡਾ ਹੀ ਚੇਲਾ ਬਣ ਜਾਣਾ। ਹਾਂਜੀ। ਅਦਲੀ ਸੁਣ ਬੇਨਤੀ ਤਬ ਹੈ ਬਹੁ ਭੈ ਕਿਰਪਾਲਾ। ਕਹਿਣ ਲੱਗੇ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਉੱਥੇ ਫਿਰ ਮੇਰੇ ਤੇ ਬਾਬੇ ਅਦਲੀ ਨੇ ਕਿਰਪਾ ਕੀਤੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਮੇਰੇ ਤੇ ਕਿਰਪਾਲੂ ਹੋ ਗਏ। ਗੁਰਮੁਖੋ ਜਿਹਦੇ ਤੇ ਗੁਰੂ ਨਾਨਕ ਸਾਹਿਬ ਦੇ ਘਰ ਦਾ ਸਿੱਖ ਹੀ ਖੁਸ਼ ਹੋ ਜੇ ਨਾ ਜੀ, ਸਮਝੋ ਉਹਨੇ ਰੱਬ ਦੀ ਖੁਸ਼ੀ ਲੈ ਲਈ ਜੀ। ਕਿਉਂ? ਸਿੱਖ ਖੁਸ਼ ਤੇ ਗੁਰੂ ਖੁਸ਼ ਜੀ, ਤੇ ਜੇ ਗੁਰੂ ਸਾਹਿਬ ਖੁਸ਼ ਤੇ ਪਰਮੇਸ਼ਰ ਜੀ ਖੁਸ਼ ਜੀ। ਹਾਂਜੀ। ਬਾਬਾ ਬਿਧੀ ਚੰਦ ਜੀ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਬਾਬਾ ਅਦਲੀ ਜੀ ਨੇ ਉੱਥੇ ਮੇਰੇ ਤੇ ਕਿਰਪਾ ਕੀਤੀ ਫਿਰ ਇੱਕ। ਹਾਂਜੀ। ਕੀਨ ਬਤਾਵਣ ਸ਼ੁਭਮਤੀ ਮਮ ਭਾਗ ਬਸਾਲਾ। ਮੇਰੇ ਪਿੱਛੇ ਬੰਦੇ ਲੱਗੇ ਤੇ ਮੈਨੂੰ ਉੱਥੇ ਸ਼ੁਭ ਮਤ ਦਿੱਤੀ, ਸੁਣ ਭਾਈ ਅੱਜ ਤੋਂ ਬਾਅਦ ਫਿਰ ਪੱਕੀ ਗੱਲ ਕਰ ਵੀ ਚੋਰੀ ਨਹੀਂ ਹੋ ਕਰਨੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਪੱਕੀ ਗੱਲ ਕਰ ਵੀ ਅੱਜ ਤੋਂ ਬਾਅਦ ਚੋਰੀ ਨਹੀਂ ਕਰਨੀ ਜੀ। ਤੁਹਾਡੀ ਕਥਾ ਸੁਣ ਕੇ ਸ਼ੰਕਾ ਵੀ ਪੈਦਾ ਹੋ ਸਕਦਾ ਵੀ ਘੋੜੇ ਵੀ ਤਾਂ ਚੋਰੀ ਕੀਤੇ ਹੈਗੇ ਜੀ। ਹਾਂਜੀ। ਪਰ ਤੁਸੀਂ ਸੁਣਿਆ ਅਖੀਰ ਤੇ ਬਾਬਾ ਜੀ ਦੱਸ ਕੇ ਆਏ ਹੀ ਸਾਰਾ ਕੁਝ ਵੀ ਮੈਂ ਲੈ ਕੇ ਗਿਆ ਹੀ ਘੋੜੇ। ਹਾਂਜੀ। ਇਹ ਵੀ ਸੁਣਿਆ ਵੀ ਦੱਸਿਆ ਵੀ ਮੈਂ ਕਿੱਥੇ ਲੈ ਕੇ ਚੱਲਾਂ ਜੀ। ਹਾਂਜੀ। ਬਾਬਾ ਬਿਧੀ ਚੰਦ ਜੀ ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ
ਮੈਂ ਬਾਬਾ ਅਦਲੀ ਜੀ ਅੱਗੇ ਹੱਥ ਜੋੜੇ ਵੀ ਅੱਜ ਤੋਂ ਬਾਅਦ ਨਹੀਂ ਮੈਂ ਚੋਰੀ ਕਰਦਾ। ਬਾਬਾ ਅਦਲੀ ਜੀ ਨੇ ਮੈਨੂੰ ਸ਼ੁਭ ਮੱਤ ਦਿੱਤੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਫੇਰ ਆਖੋ ਇੱਕ ਵਾਰ ਵਾਹਿਗੁਰੂ। ਗੁਰਮੁਖੋ ਜੁੜੇ ਹੋਏ ਕੋਲ ਸ਼ੁਭ ਮੱਤ ਹੀ ਮਿਲੇਗੀ ਜੀ, ਅਸ਼ੁਭ ਮੱਤ ਨਹੀਂ ਮਿਲੇਗੀ। ਜਦੋਂ ਮਿਲੇਗੀ ਸ਼ੁਭ ਮੱਤ ਮਿਲੇਗੀ, ਪਿਆਰ ਵਾਲੀ ਮੱਤ ਮਿਲੇਗੀ। ਬਾਬਾ ਅਦਲੀ ਜੀ ਨੇ ਉੱਥੇ ਮੇਰੇ ਤੇ ਫਿਰ ਮੈਨੂੰ ਕਿਰਪਾ ਕੀਤੀ, ਮੈਨੂੰ ਸ਼ੁਭ ਮੱਤ ਦਿੱਤੀ ਉਹਨਾਂ ਨੇ। ਹਾਂਜੀ ਸਿਮਰੋ ਸ੍ਰੀ ਅਰਜਨ ਗੁਰੂ ਰਾਖੇ ਤਵ ਲਾਜਾ। ਕਹਿਣ ਲੱਗੇ ਫਿਰ ਇੱਕ ਬੰਨੇ ਬਹਿ ਜਾ, ਲੋਈ ਲੈ ਲਾ, ਉੱਥੇ ਬੈਠ ਕੇ ਗੁਰੂ ਅਰਜਨ ਸਾਹਿਬ ਨੂੰ ਯਾਦ ਕਰ, ਤੈਨੂੰ ਕੋਈ ਵੀ ਨਹੀਂ ਫੜੇਗਾ। ਕੇ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਜਿਹੜਾ ਕਹਿ ਰਿਹਾ ਨਾ ਜੀ, ਕਹਿ ਰਿਹਾ, ਉਹਦੇ ਅੰਦਰ ਭਰੋਸਾ ਹੋਣਾ ਵੀ ਬੜਾ ਜ਼ਰੂਰੀ ਹੈ ਜੀ। ਬੜੇ ਭਰੋਸੇ ਨਾਲ ਆਖੇ, ਭਰੋਸੇ ਨਾਲ ਕੀਤਾ ਹੋਇਆ ਬਚਨ ਗਾਂ ਜਾ ਕੇ ਅਗਲੇ ਦੇ ਹਿਰਦੇ ਵਿੱਚ ਵਸ ਜਾਂਦਾ। ਬਾਬਾ ਅਦਲੀ ਜੀ ਨੇ ਮੈਨੂੰ ਆਖਿਆ, ਸੁਣ ਭਾਈ, ਇਸ ਜਗਤ ਦੇ ਵਿੱਚ ਰੱਬ ਸਰੀਰ ਧਾਰਨ ਕਰਕੇ ਆਇਆ। ਬਾਬਾ ਬਿਧੀ ਚੰਦ ਜੀਜੂ ਆਖਣ ਵੀ ਤੁਹਾਨੂੰ ਮੈਂ ਆਪਣਾ ਗੁਰੂ ਬਣਾ ਲੈਣਾ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਸਿੱਖ ਕਦੀ ਵੀ ਆਪਣਾ ਨਾਮ ਨਹੀਂ ਜਪਾਏਗਾ ਜੀ। ਜਿਹੜਾ ਸਿੱਖ ਹੋਏਗਾ ਜੀ, ਸਿੱਖ ਆਪਣੇ ਨਾਲ ਵੀ ਨਹੀਂ ਜੋੜੇਗਾ, ਉਹ ਗੁਰੂ ਜੀ ਦੇ ਨਾਲ ਜੋੜੇਗਾ ਜੀ। ਵੀ ਉਹ ਵੱਡੇ, ਉਹਨਾਂ ਦੀ ਕਿਰਪਾ ਸਾਰੀ। ਬਾਬਾ ਅਦਲੀ ਜੀ ਨੇ ਕਿਹਾ, ਸੁਣ ਗੁਰੂ ਮੈਂ ਨਹੀਂ ਆ, ਗੁਰੂ ਹੋ ਰਿਹਾ ਕੋਈ। ਪੁੱਛਿਆ ਕੌਣ? ਕਹਿਣ ਲੱਗੇ ਇਸ ਸਮੇਂ ਰੱਬ, ਉਹਨੇ ਮਨੁੱਖ ਦਾ ਰੂਪ ਧਾਰਨ ਕੀਤਾ। ਪੁੱਛਿਆ ਕੌਣ? ਤੇ ਬਾਬਾ ਅਦਲੀ ਜੀ ਨੇ ਫਿਰ ਨਾਮ ਲਿਆ। ਬਾਬਾ ਅਦਲੀ ਜੀ ਕਹਿਣ ਲੱਗੇ, ਸੁਣ, ਉਹ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ। ਤੁਸੀਂ ਵੀ ਸਾਰੇ ਆਖੋ ਜੀ, ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ। ਤੂੰ ਗੁਰੂ ਅਰਜਨ ਸਾਹਿਬ ਦਾ ਨਾਮ ਲੈ, ਤੇਰੀ ਲਾਜ ਰੱਖਣਗੇ। ਜਿੰਨੇ ਪਿੰਡ ਵਾਲੇ ਤੈਨੂੰ ਕੁੱਟਣ ਆਏ ਨੇ ਨਾ, ਇਹ ਤੈਨੂੰ ਵੇਖ ਹੀ ਨਹੀਂ ਸਕਣਗੇ। ਹਾਂਜੀ ਬਹੁਰ ਬਣੋ ਸਿਖ ਜਾਏ ਕਰ, ਤਜ ਕੈ ਅਸ ਕਾਜਾ। ਹੁਣ ਤੇ ਤੂੰ ਇਸ ਤਰ੍ਹਾਂ ਕਰ, ਗੁਰੂ ਅਰਜਨ ਸਾਹਿਬ ਨੂੰ ਕੋਨੇ 'ਚ ਬੈਠ ਕੇ ਯਾਦ ਕਰ, ਤੇ ਜਦੋਂ ਤੇਰਾ ਬਚਾਅ ਹੋ ਜਾਏਗਾ ਨਾ, ਤੇ ਤੂੰ ਮੇਰੇ ਨਾਲ ਪ੍ਰਣ ਕਰ ਵੀ ਮੇਰੇ ਨਾਲ ਗੁਰੂ ਅਰਜਨ ਸਾਹਿਬ ਦੇ ਕੋਲ ਜਾ ਕੇ ਪ੍ਰਣ ਕਰੇਗਾ ਵੀ ਅੱਜ ਤੋਂ ਬਾਅਦ ਚੋਰੀ ਨਹੀਂ ਕਰਨੀ। ਹਾਂਜੀ ਸੁਣ ਤਿਸ ਕੈ ਉਪਦੇਸ਼ ਕਉ, ਮੈਂ ਧਾਰਨ ਕੀਨਾ। ਮਹਾਰਾਜ ਸੱਚੇ ਪਾਤਸ਼ਾਹ ਮਾਤਾਵਾਂ ਨੂੰ ਵੀ ਆਖਿਆ, ਮਾਤਾ ਨਾਨਕੀ ਜੀ, ਮੈਂ ਫਿਰ ਬਾਬਾ ਅਦਲੀ ਜੀ ਦਾ ਬਚਨ ਸੁਣ ਕੇ ਤੇ ਹਿਰਦੇ ਵਿੱਚ ਧਾਰਨ ਕਰ ਲਿਆ ਜੀ। ਕਿਉਂ? ਜਦੋਂ ਬੰਦਾ ਇਸ ਤਰ੍ਹਾਂ ਮੁਸੀਬਤ ਬਣੀ ਹੋਏ ਨਾ ਜੀ, ਪਿੱਛੇ ਕੁੱਟਣ ਵਾਲਾ ਮਹਿਕਮਾ ਹੋਏ, ਤੇ ਬੰਦਾ ਫਿਰ ਅੰਦਰੋਂ ਹੀ ਲੱਗਦਾ ਜੀ ਚੰਗੀ ਤਰ੍ਹਾਂ ਦੀ ਭਜਨ ਕਰਨ ਵਾਸਤੇ। ਮੈਂ ਮਾਤਾ ਜੀ, ਮੈਂ ਫਿਰ ਬਾਬਾ ਅਦਲੀ ਜੀ ਦੇ ਉਪਦੇਸ਼ ਨੂੰ ਧਾਰਨ ਕਰ ਲਿਆ ਹਿਰਦੇ ਵਿੱਚ। ਹਾਂਜੀ ਕਰੇ ਆਰਾਧਨ ਸਤਿਗੁਰੂ ਪਰ ਸਰਣੇ ਦੀਨਾ। ਮੈਂ ਤੇ ਇੱਕ ਪਾਸੇ ਬਹਿ ਗਿਆ, ਲੋਈ ਲੈ ਕੇ ਹੱਥ 'ਚ ਮਾਲਾ ਫੜ ਲਈ, ਤੇ ਮੈਂ ਤੇ ਫਿਰ ਗੁਰੂ ਅਰਜਨ ਸਾਹਿਬ ਨੂੰ ਕਰਾਂ ਯਾਦ। ਹਾਂਜੀ ਬਣੋ ਸਹਾਇਕ ਦਾਸ ਲਖ, ਤੁਮੇ ਅੰਤਰ ਜਾਮੇ। ਤੇ ਮੈਂ ਅਰਦਾਸਾਂ ਪਤਾ ਕੀ ਕਰਾਂ ਗੁਰੂ ਅੱਗੇ? ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹੇ ਗੁਰੂ ਅਰਜਨ ਦੇਵ ਸਾਹਿਬ, ਹੇ ਦੁਨੀਆ ਦੇ ਮਾਲਕ ਸੱਚੇ ਪਾਤਸ਼ਾਹ, ਮੇਰੀ ਸਹਾਇਤਾ ਕਰੋ ਮਹਾਰਾਜ, ਤੁਸੀਂ ਅੰਤਰਜਾਮੀ ਹੋ। ਹਾਂਜੀ ਪੁਨ ਮੈਂ ਰਹੋ ਸਮੀਪ ਹੀ ਕਰ ਕੈ ਨਿਜ ਸੁਆਮੀ। ਸੱਚੇ ਪਾਤਸ਼ਾਹ ਮੈਨੂੰ ਹੁਣ ਬਚਾ ਲੋ, ਤੇ ਸੱਚੇ ਪਾਤਸ਼ਾਹ ਮੈਂ ਚੋਰੀ ਵੀ ਛੱਡੀ, ਗਾਂ ਤੋਂ ਸਾਰੀ ਜ਼ਿੰਦਗੀ ਤੁਹਾਡੇ ਨਾਲ ਹੀ ਰਵਾਂਗਾ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਤੇ ਗੁਰਮੁਖੋ ਬਾਬਾ ਬਿਧੀ ਚੰਦ ਜੀ ਫਿਰ ਅਗਲੀ ਸਾਰੀ ਜ਼ਿੰਦਗੀ ਰਹਿੰਦੇ ਹੀ ਗੁਰੂ ਘਰ ਜੀ, ਰਹਿੰਦੇ ਹੀ ਗੁਰੂ ਘਰ, ਹੋਰ ਗਏ ਹੀ ਨਹੀਂ ਜੀ ਕਿਤੇ ਜੀ। ਜਦੋਂ ਪਿਆ ਹੋਵੇ ਨਾ ਜੀ ਦੁੱਖ, ਤੇ ਫਿਰ ਸ਼ਲੋਕ ਪੜਨ ਦਾ ਆਨੰਦ ਹੀ ਹੋ ਰਿਹਾ ਵੀ ਸਗਲ ਦਵਾਰ ਕੋ ਛਾੜ ਕੇ ਗਇਓ, ਤੁਹਾਰੋ ਦਵਾਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾ। ਪਰ ਜਦੋਂ ਸੰਕਟ ਵਿੱਚ ਹੋਵੇ ਬੰਦਾ ਜੀ, ਉਦੋਂ ਬਾਣੀ ਪੜਨ ਦਾ ਬੜਾ ਹੀ ਆਨੰਦ ਆਉਂਦਾ, ਬੇਨਤੀ ਕਰਨ ਦਾ ਵੀ ਬੜਾ ਹੀ ਆਨੰਦ ਆਉਂਦਾ ਜੀ। ਬਾਬਾ ਜੀ ਨੂੰ ਬੜਾ ਹੀ ਆਨੰਦ ਆਵੇ, ਮਹਾਰਾਜ ਬਚਾ ਲਓ ਸੱਚੇ ਪਾਤਸ਼ਾਹ, ਸਾਰੀ ਜ਼ਿੰਦਗੀ ਤੁਹਾਡੇ ਨਾਲ ਰਵਾਂਗਾ, ਹੁਣ ਇਹਨਾਂ ਲੋਕਾਂ ਤੋਂ ਬਚਾ ਲਓ ਮਹਾਰਾਜ। ਹਾਂਜੀ ਔਰ ਮਹਿ ਧਿਆਨ ਸੋ ਧਾਰ ਕੈ ਥਿਰ ਭਾਤ ਸਥਾਨਾ। ਤੇ ਮਾਤਾ ਜੀ ਨੂੰ ਕਹਿਣ ਲੱਗੇ, ਮਾਤਾ ਜੀ ਗੱਲ ਅੱਗੋਂ ਗੱਲ ਸੁਣੋ, ਮੈਂ ਲੋਹੇ ਦੇ ਬੁੱਕਲ ਮਾਰ ਕੇ
ਗੁਰੂ ਅਰਜਨ ਸਾਹਿਬ ਦਾ ਧਿਆਨ ਧਰ ਕੇ ਬੈਠ ਗਿਆ। ਹਾਂਜੀ, ਤਬਲੋਂ ਆਏ ਗੁਹਾਰ ਗਨ ਲੈ ਖੋਜ ਮਹਾਨਾ। ਉਹਨਾਂ ਚਿਰ ਨੂੰ ਉਹ ਬੰਦੇ ਆਪਣੇ ਨਾਲ ਖੋਜੀ ਨੂੰ ਲੈ ਕੇ ਆਏ। ਖੋਜੀ ਨੂੰ ਗੱਜ ਕੇ ਆਖੋ ਵਾਹਿਗੁਰੂ। ਜਿਵੇਂ ਬਾਬਾ ਜੀ ਬਣ ਕੇ ਗਏ ਨਾ ਜੀ ਖੋਜੀ ਉੱਥੇ, ਉਵੇਂ ਉਹ ਵੀ ਖੋਜੀ ਨੂੰ ਲੱਭ ਕੇ ਲੈ ਕੇ ਆਏ ਵੀ ਪਤਾ ਤੇ ਕਰੀਏ ਮੱਝਾਂ ਕਿੱਥੇ ਗਈਆਂ, ਨਾਲੇ ਪਤਾ ਕਰੀਏ ਵੀ ਚੋਰ ਕਿੱਥੇ ਹੈ। ਹਾਂਜੀ, ਸਰ ਲਗ ਖੋਜ ਨਿਹਾਰਤ ਨਹਿ ਆਗੇ ਚਾਲਾ। ਹੁਣ ਉਹ ਖੋਜ ਛੱਪੜ ਤੱਕ ਤੇ ਹੋ ਗਈ ਜੀ ਉਹਨਾਂ ਨੂੰ, ਗਾਂ ਕੁਝ ਵਿਖੇ ਨਾ ਉਹਨਾਂ ਨੂੰ। ਗੱਜ ਕੇ ਆਖੋ ਵਾਹਿਗੁਰੂ। ਗੁਰੂ ਸਾਹਿਬ ਨੇ ਕਰਤੀ ਕਿਰਪਾ, ਗਾਂ ਉਹਨਾਂ ਨੂੰ ਨਿਸ਼ਾਨ ਨਾ ਲੱਭਣ ਜੀ ਕਿਸੇ ਵੀ ਪ੍ਰਕਾਰ ਦੇ। ਹਾਂਜੀ, ਇਤੇ ਉਤ ਖੋਜਤ ਫਿਰਤ ਭੇ ਸੇ ਮਾਨਵ ਜਾਲਾ। ਹਾਂਜੀ, ਅਦਲੀ ਸਿੱਖ ਬਿਲੋਕ ਕੈ ਤਿਨ ਸਾਥ ਬਖਾਨਾ। ਤੇ ਗੁਰਮੁਖੋ ਉਹਨਾਂ ਚੋਂ ਇੱਕ ਬੰਦਾ ਖੋਜੀ ਨੂੰ ਕਹਿਣ ਲੱਗਾ ਵੀ ਖੋਜੀ ਜੀ ਇਸ ਤਰ੍ਹਾਂ ਕਰੋ, ਇੱਥੋਂ ਤੇ ਕੋਈ ਸੁਰਾਗ ਨਹੀਂ ਲੱਭਣ ਦਾ, ਸਾਹਮਣੇ ਝੁੱਗੀ ਹੈ। ਕਹਿਣ ਲੱਗੇ ਉਸ ਝੁੱਗੀ 'ਚ ਚੱਲਦੇ ਆ। ਅੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਤੇ ਝੁੱਗੀ 'ਚ ਜਾਂਦਿਆਂ ਨੂੰ ਇੱਕ ਪਾਸੇ ਬੈਠੇ ਬਾਬਾ ਅਦਲੀ ਜੀ ਜਪਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਤੇ ਉਧਰ ਲੋਹੇ ਦੀ ਬੁੱਕਲ ਮਾਰ ਕੇ ਬੈਠੇ ਬਾਬਾ ਬਿਧੀ ਚੰਦ ਜੀ। ਹਾਂਜੀ, ਬਾਬਾ ਅਦਲੀ ਜੀ ਨੂੰ ਵੇਖ ਕੇ ਉਹ ਵੀ ਉੱਚੀ ਬੋਲਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਫਸੇ ਹੀ ਹੁਣ ਬਚਣਾ ਚਾਹੁੰਦੇ ਸੀਗੇ, ਨਾਲੇ ਅੰਦਰੋਂ ਅਰਦਾਸਾਂ ਹੁੰਦੀਆਂ ਸਨ ਵੀ ਮਹਾਰਾਜ ਮੈਨੂੰ ਬਚਾ ਲਓ। ਹਾਂਜੀ, ਫਿਰ ਉਹ ਆ ਕੇ ਖੋਜੀ ਬਾਬਾ ਅਦਲੀ ਜੀ ਦੇ ਕੋਲ ਜਾ ਕੇ ਪੁੱਛਦਾ ਜੀ। ਹਾਂਜੀ, ਕਿਆ ਖੋਜਤ ਤੁਮ ਫਿਰਤ ਬਹੁ ਕੁਛ ਸਕੇ ਨਾ ਜਾਨਾ। ਜਾ ਕੇ ਉਹਨੇ ਹੱਥ ਜੋੜੇ ਬਾਬਾ ਅਦਲੀ ਜੀ ਨੂੰ, ਕੀਤੀ ਨਮਸਕਾਰ। ਬਾਬਾ ਅਦਲੀ ਜੀ ਕਹਿੰਦੇ ਦੱਸੋ ਭਾਈ ਕੀ ਕੰਮ ਕਰਨਾ ਹੈ ਇੱਥੇ, ਇੱਥੇ ਤੁਹਾਡਾ ਕੀ ਕੰਮ ਹੈ। ਹਾਂਜੀ, ਕਹਿਤ ਭਏ ਮੈਂ ਖੀਨ ਕੋ ਇੱਕ ਤਸਕਰ ਲਿਆਇਓ। ਤੇ ਉਹਨਾਂ ਆਖਿਆ ਬਾਬਾ ਜੀ ਸਾਡਾ ਇੱਕ ਚੋਰ ਇੱਕ ਪਾਸੇ ਆਇਆ ਹੈ, ਇਸ ਪਾਸੇ ਆਇਆ, ਸਾਡਾ ਚੋਰ ਇਸ ਪਾਸੇ ਆਇਆ, ਸਾਡੀਆਂ ਮੱਝਾਂ ਚੋਰੀ ਕਰਕੇ ਲੈ ਕੇ ਆਇਆ ਉਹ। ਹਾਂਜੀ, ਖੋਜ ਇਹਾਂ ਲਗ ਆਏ ਕੈ ਨਹਿ ਅਗਰ ਚਲਾਇਓ। ਇੱਥੋਂ ਤੱਕ ਤੇ ਖੋਜ ਪੂਰੀ ਹੈ ਵੀ ਇੱਥੇ ਉਹ ਚੋਰ ਆਇਆ। ਗੱਜ ਕੇ ਆਖੋ ਵਾਹਿਗੁਰੂ। ਇੱਥੋਂ ਤੱਕ ਤੇ ਨਿਸ਼ਾਨ ਮਿਲਣ ਦੇ, ਹੁਣ ਅੱਗੇ ਨਹੀਂ ਜਾਣਦੇ। ਤੁਸੀਂ ਦੱਸੋ ਵੀ ਉਹ ਚੋਰ ਵੇਖਿਆ ਕਿਤੇ। ਹਾਂਜੀ, ਖੋਜਤ ਹੈ ਤਿਸ ਖੋਜ ਕੋ ਜੇਕਰ ਤੁਮ ਹੇਰਾ। ਹਾਂਜੀ, ਕਰੋ ਬਤਾਵਣ ਸੰਤ ਜੀ ਕਿਤ ਗਇਓ ਅਗੇਰਾ। ਸੰਤ ਜੀ ਤੁਸੀਂ ਦੱਸੋ, ਆਸੇ ਪਾਸੇ ਲੋਕ ਤੁਹਾਨੂੰ ਮੰਨਦੇ ਤੇ ਤੁਸੀਂ ਝੂਠ ਨਹੀਂ ਬੋਲੋਗੇ, ਸਾਨੂੰ ਦੱਸੋ ਸਾਡਾ ਚੋਰ ਕਿਸ ਪਾਸੇ ਗਿਆ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਤੇ ਬਾਬਾ ਜੀ ਤੇ ਹੁਣ ਚੋਰ ਰਹਿ ਹੀ ਨਹੀਂ ਗਏ ਜੀ। ਬਾਬਾ ਜੀ ਨੇ ਤੇ ਪ੍ਰਣ ਕੀਤਾ ਵੀ ਹੁਣ ਚੋਰੀ ਛੱਡੀ ਜੀ, ਤੇ ਜਦੋਂ ਪ੍ਰਣ ਕੀਤਾ ਤੇ ਫਿਰ ਚੋਰ ਕਾਹਦੇ ਰਹੇ ਜੀ ਉਹ। ਹਾਂਜੀ, ਸੁਣਿਆ ਦਲੀ ਉਤਰ ਦਿਓ ਮਹਿਖੀ ਸਰ ਮਾਹੀ। ਹਾਂਜੀ, ਇਨ ਬਿਨ ਅਪਰ ਨਾ ਮੈਂ ਪਿਖੀ ਕੋ ਗਮਣਿਓ ਨਾਹੀ। ਹਾਂਜੀ, ਸੁਣ ਬੋਲੇ ਦੇਖੀ ਭਲੀ ਇਹ ਨਹੀਂ ਹਮਾਰੀ। ਤੇ ਗੁਰਮੁਖੋ ਬਾਬਾ ਜੀ ਨੇ ਆਖਿਆ, ਬਾਬਾ ਜੀ ਕਹਿਣ ਲੱਗੇ ਸੁਣੋ ਭਾਈ ਹੈ ਇੱਥੇ। ਕਹਿਣ ਲੱਗੇ ਇੱਕ ਬੰਦਾ ਹੈਗਾ। ਕੱਢ ਕੇ ਆਖੋ ਵਾਹਿਗੁਰੂ ਵਾਹਿਗੁਰੂ। ਉਹ ਕਹਿੰਦੇ ਕੌਣ। ਕਹਿਣ ਲੱਗੇ ਇੱਕ ਮੈਂ ਬੈਠਾ ਜੇ, ਕਾ ਸੰਤ ਬੈਠਾ ਜੇ। ਕਹਿਣ ਲੱਗੇ ਇਹ ਵੀ ਨਾਮ ਜਪਣ ਦਿਆ, ਦੂਜਾ ਤਾਂ ਹੈ ਕੋਈ ਨਹੀਂ। ਇਹਨਾਂ ਦੋਵਾਂ ਚੋਂ, ਸਾਡੇ ਦੋਵਾਂ ਚੋਂ, ਇੱਕ ਮੇਰੇ ਚੋਂ ਇੱਕ ਇਹਦੇ ਚੋਂ, ਜਿਹੜਾ ਚੋਰ ਲੱਭਦਾ ਲੈ ਜਾਓ। ਕਹਿਣ ਲੱਗੇ ਹਾਂਜੀ, ਜਿਹੜਾ ਚੋਰ ਲੱਗਦਾ ਤੁਹਾਨੂੰ ਲੈ ਜਾਓ। ਹਾਂਜੀ, ਤੇ ਉਧਰੋਂ ਬਾਬਾ ਜੀ ਆਵਾਜ਼ਾਂ ਕੱਢਣ ਵਾਹਿਗੁਰੂ ਵਾਹਿਗੁਰੂ। ਉਹ ਕੱਢਣ ਮਿੱਠੀ ਮਿੱਠੀ ਆਵਾਜ਼ ਵਾਹਿਗੁਰੂ ਵਾਹਿਗੁਰੂ ਦੀ। ਹਾਂਜੀ, ਉਹ ਬੰਦੇ ਮਹਿਸੂਸ ਕਰਨ ਇਹ ਤਾਂ ਹੀ ਗਲਤ ਥਾਂ ਤੇ ਆ ਗਏ, ਤੇ ਦੋਵੇਂ ਸੰਤ ਨੇ ਜੀ। ਹਾਂਜੀ, ਤੇ ਬਾਬਾ ਅਦਲੀ ਜੀ ਕੋਲੋਂ ਮਾਫੀ ਮੰਗੀ ਜੀ ਉਹਨਾਂ ਨੇ। ਕਹਿਣ ਲੱਗੇ ਬਾਬਾ ਜੀ ਸੰਤ ਜੀ ਮਾਫੀ ਕਰਿਓ, ਮਾਫ ਕਰ ਦਿਓ ਸਾਨੂੰ, ਅਸੀਂ ਐਵੇਂ ਤੁਹਾਨੂੰ ਭਜਨ ਕਰਦਿਆਂ ਨੂੰ ਤੰਗ ਕੀਤਾ ਜੀ। ਹਾਂਜੀ, ਤੇ ਬਾਬਾ ਬਿਧੀ ਚੰਦ ਜੀ ਕੋਲੋਂ ਵੀ ਮਾਫੀ ਮੰਗਣ ਜੀ। ਅੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਜਿਹਨੂੰ ਫੜਨਾ ਹੈ ਜੀ ਉਹਦੇ ਕੋਲੋਂ ਮਾਫੀ ਮੰਗਣ ਜੀ। ਬਾਅਦ ਚੋਂ ਕਹਿਣ ਲੱਗੇ ਸੰਤ ਜੀ ਤੁਸੀਂ ਵੀ ਸਾਨੂੰ ਮਾਫ ਕਰਿਓ, ਅਸੀਂ ਤੁਹਾਨੂੰ ਵੀ ਤੰਗ ਕੀਤਾ। ਤੇ ਬਾਬਾ ਜੀ ਐ ਹੱਥ ਕਰਕੇ ਕਹਿੰਦੇ ਵਾਹਿਗੁਰੂ ਵਾਹਿਗੁਰੂ, ਚੱਲ ਜਾਓ ਇੱਥੋਂ। ਕੱਢ ਕੇ ਆਖੋ ਵਾਹਿਗੁਰੂ ਏਦਾਂ ਹੱਥ ਕਰਨ ਕਹਿੰਦੇ ਵਾਹਿਗੁਰੂ ਵਾਹਿਗੁਰੂ ਵੀ ਚੱਲ ਜਾਓ ਇੱਥੋਂ ਹੁਣ ਭਾਈ। ਤੇ ਉਹ ਮਾਫੀ ਮੰਗ ਕੇ ਗਏ ਜੀ। ਬਾਬਾ ਜੀ ਕਹਿੰਦੇ ਵੀ ਇਹ ਸੰਤ ਤੇ ਰਹੇਗਾ ਇੱਥੇ,
ਇਹ ਤਾਂ ਹੈਗਾ ਜੱਪੀ ਤੱਪੀ ਬੜਾ, ਮੈਂ ਤੁਹਾਡੇ ਨਾਲ ਚੱਲਦਾ। ਬਾਹਰ ਗਏ, ਕਹਿਣ ਲੱਗੇ ਵੇਖੋ ਇਹ ਮੱਝਾਂ ਤੁਹਾਡੀਆਂ ਨੇ। ਹਾਂਜੀ। ਕਪਲ ਬਰਨ ਕੀਐ ਸਕਲ ਹਮਰੀ ਸਭ ਕਾਰੀ। ਤੇ ਗੁਰਮੁਖੋ ਵੇਖੋ ਗੁਰੂ ਅਰਜਨ ਸਾਹਿਬ ਨੇ ਕਿਰਪਾ ਕੀਤੀ, ਫਿਰ ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਦੀ ਕਿਰਪਾ ਵੇਖੋ, ਗੁਰੂ ਸਾਹਿਬ ਨੇ ਪੂਰੀ ਦਇਆ ਕਰਤੀ। ਗੁਰੂ ਅਰਜਨ ਸਾਹਿਬ ਨੇ ਸੱਚੇ ਪਾਤਸ਼ਾਹ ਮਹਾਰਾਜ ਨੂੰ ਯਾਦ ਕਰਨ ਦੇ ਸਨ। ਬਾਬਾ ਬਿਧੀ ਚੰਦ ਜੀ ਅੰਦਰ, ਮਹਾਰਾਜ ਮੇਰੀ ਲਾਜ ਰੱਖ ਦੋ। ਹਾਂਜੀ। ਤੇ ਉਧਰ ਉਹਨਾਂ ਆਖਿਆ ਵੀ ਮੱਝਾਂ ਆਪਣੀਆਂ ਬਾਹਰ ਕੱਢੋ ਜੇ ਤੁਹਾਡੀਆਂ। ਛੱਪੜ ਚੋਂ ਕੱਢੀਆਂ ਮੱਝਾਂ ਬਾਹਰ। ਤੇ ਗੁਰਮੁਖੋ ਭਾਈ ਸੰਤੋਖ ਸਿੰਘ ਜੀ ਲਿਖਦੇ ਵੀ ਅੱਗੇ ਤੇ ਸਾਨੂੰ ਮੱਝਾਂ ਕਾਲੀਆਂ, ਪਰ ਹੁਣ ਉਹਨਾਂ ਦਾ ਰੰਗ ਬਦਲ ਕੇ ਉਹ ਮੱਝਾਂ ਬੂਰੀਆਂ ਹੋ ਗਈਆਂ ਜੀ। ਉਤੋਂ ਰੰਗ ਹੀ ਬਦਲ ਗਿਆ ਜੀ ਉਹਨਾਂ ਦਾ। ਅੱਜ ਕੇ ਆਖੋ ਵਾਹਿਗੁਰੂ। ਉਹ ਮਾਰਨ ਸਿਰ ਨੂੰ ਹੱਥ ਵੀ ਮੱਝਾਂ ਆਈਆਂ ਇੱਥੇ, ਪਰ ਆਹ ਜਿਹੜੀਆਂ ਮੱਝਾਂ ਛੱਪੜ ਵਿੱਚ ਉਹ ਸਾਡੀਆਂ ਨਹੀਂ ਹੈਗੀਆਂ। ਕਿਉਂ? ਸਾਡੀਆਂ ਕਾਲੀਆਂ ਸਨ, ਇਹ ਬੂਰੀਆਂ ਨੇ। ਹਾਂਜੀ। ਇਮ ਕਹੈ ਇਤਿਉਤ ਬਹੁ ਫਿਰੇ ਕੁਛ ਜਾਏ ਨਾ ਜਾਣੇ। ਉਹ ਵਿਚਾਰੇ ਇੱਧਰ ਉੱਧਰ ਲੱਭਦੇ ਰਹੇ ਜੀ, ਉਹਨਾਂ ਨੂੰ ਪਤਾ ਹੀ ਕੱਖ ਨਹੀਂ ਜੀ ਲੱਗਾ ਜੀ। ਗੁਰੂ ਅਰਜਨ ਸਾਹਿਬ ਨੇ ਕਿਰਪਾ ਕੀਤੀ, ਦਇਆ ਕੀਤੀ, ਉਹਨਾਂ ਮੱਝਾਂ ਦਾ ਰੰਗ ਹੀ ਬਦਲ ਦਿੱਤਾ ਜੀ। ਕਰਕੇ ਆਖੋ ਵਾਹਿਗੁਰੂ। ਕਾਲੀਆਂ ਤੋਂ ਬੂਰੀਆਂ ਕਰਤਾ ਜੀ। ਗੁਰਮੁਖੋ ਇਹ ਹੁਣ ਗੁਰੂ ਸਾਹਿਬ ਦੇ ਵੱਸ ਦੀ ਗੱਲ ਹੈ ਜੀ। ਹਾਂਜੀ। ਜੋ ਮਰਜ਼ੀ ਕਰ ਦੇਣ, ਸਮਰੱਥ ਨੇ ਜੀ। ਹਾਂਜੀ, ਸਮਰੱਥ ਨੇ ਸੱਚੇ ਪਾਤਸ਼ਾਹ। ਮਹਾਰਾਜ ਨੇ ਰੰਗ ਹੀ ਬਦਲ ਦਿੱਤਾ ਜੀ ਉਹਨਾਂ ਦਾ। ਉਹ ਬਥੇਰਾ ਹੁਣ ਕਾਲੀਆਂ ਮੱਝਾਂ ਲੱਭਣ ਜੀ, ਤੇ ਕਾਲੀਆਂ ਲੱਭਣ ਨਾ ਜੀ ਉਹਨਾਂ ਨੂੰ। ਹਾਂਜੀ। ਸ਼ਰਮਤ ਭਏ ਸਗਰੇ ਹਟੇ ਨ ਸਕੇ ਪਛਾਨੇ। ਤੇ ਆਖਰ ਥੱਕ ਕੇ ਉਹ ਬੰਦੇ ਹਟ ਗਏ ਤੇ ਸਾਰੇ ਚਲੇ ਗਏ ਆਪਣੇ ਆਪਣੇ ਘਰਾਂ ਨੂੰ। ਆਪਣੇ ਪਿੰਡ ਵਿੱਚ ਨਾ ਚੋਰ ਹੀ ਲੱਭਾ ਤੇ ਨਾ ਸਾਨੂੰ ਮੱਝਾਂ ਹੀ ਲੱਭੀਆਂ ਜੀ। ਗੱਜ ਕੇ ਆਖੋ ਵਾਹਿਗੁਰੂ। ਤੇ ਬਾਬਾ ਜੀ ਅੰਦਰ ਬੈਠੇ ਉੱਚੀ ਉੱਚੀ ਬੋਲਣ ਵਾਹਿਗੁਰੂ ਵਾਹਿਗੁਰੂ ਵਾਹਿ। ਕਿਉਂ? ਬਚ ਜੂ ਗਏ ਜੀ, ਹੁਣ ਬਚਾਅ ਹੋ ਗਿਆ ਜੀ। ਹੁਣ ਸ਼ੁਕਰ ਵਿੱਚ ਬੋਲਣ ਲੱਗ ਪਏ। ਹਾਂਜੀ। ਗ੍ਰਹਿ ਕੋ ਗਈ ਗੁਹਾਰ ਜਬ ਮਿਲ ਅਦਲੀ ਸੰਗਾ ਕਹਿਓ। ਤੇ ਗੁਰਮੁਖੋ ਜਦੋਂ ਉਹ ਸਭ ਮਨੁੱਖਾਂ ਦਾ ਸਮੂਹ ਆਪਣੇ ਆਪਣੇ ਘਰ ਚਲੇ ਗਿਆ, ਤੇ ਬਾਬਾ ਅਦਲੀ ਜੀ ਨੇ ਫਿਰ ਬਾਬਾ ਬਿਧੀ ਚੰਦ ਜੀ ਨੂੰ ਆਖਿਆ। ਹਾਂਜੀ। ਭਿਖੋ ਗੁਰ ਕੀ ਕਲਾ ਜਿਨ ਸੋ ਜਾਸਿਓ ਤੰਗਾ। ਤੇ ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਬਾਬਾ ਅਦਲੀ ਜੀ ਬੜੀ ਕਮਾਈ ਵਾਲੇ ਸਨ, ਬੜੇ ਵੱਡੇ ਮਹਾਂਪੁਰਖ ਸਨ। ਉਹ ਕਹਿਣ ਲੱਗੇ ਵੇਖਿਆ ਭਾਈ ਬਿਧੀ ਚੰਦ, ਇਹ ਹੀ ਗੁਰੂ ਕੀ ਕਲਾ। ਇਸ ਤਰ੍ਹਾਂ ਕਰਦੇ ਹੀ ਗੁਰੂ ਦੀ ਬਖਸ਼ਿਸ਼, ਇਸ ਤਰ੍ਹਾਂ ਕਰਦੇ ਹੀ ਮੇਰਾ, ਭਾਵੇਂ ਤੂੰ ਚੋਰ ਹੀ ਸੈਂ, ਪਰ ਸੱਚੇ ਦਿਲੋਂ ਗੁਰੂ ਨੂੰ ਅਰਾਧਿਆ। ਵੇਖ ਗੁਰੂ ਜੀ ਨੇ ਤੇਰੀ ਲਾਜ ਰੱਖ ਲਈ। ਕੱਢ ਕੇ ਆਖੋ ਵਾਹਿਗੁਰੂ। ਤੇ ਬਾਬਾ ਜੀ ਹੱਥ ਜੋੜ ਜੋੜ ਆਖਣ ਨਾ ਮਹਾਰਾਜ ਹੁਣ ਨਹੀਂ ਮੈਂ ਚੋਰੀ ਕਰਨੀ, ਤੁਸੀਂ ਬਚਾ ਲਿਆ, ਹੁਣ ਨਹੀਂ ਮੈਂ ਚੋਰੀ ਕਰਦਾ। ਹਾਂਜੀ। ਹੋਏ ਸਹਾਇਕ ਸਿਮਰਤ ਦੋਹੇ ਲੋਕਣ ਮਾਹੇ। ਤੇ ਹੁਣ ਬਾਬਾ ਅਦਲੀ ਜੀ ਸਿਫਤਾਂ ਕਰਨ ਲੱਗੇ ਜੀ। ਇੱਕ ਕਰੀ ਨਾ ਜੀ, ਦੋਵੇਂ ਹੱਥ ਜੋੜੋ, ਆਖੋ ਧੰਨ ਬਾਬਾ ਅਦਲੀ ਜੀ। ਧੰਨ ਗੁਰੂ ਪਿਆਰੇ। ਸਿੱਖਿਆ ਦੇਣ ਦਾ ਤਰੀਕਾ। ਬਾਬਾ ਅਦਲੀ ਜੀ ਕਹਿਣ ਲੱਗੇ ਸੁਣ ਬਿਧੀ ਚੰਦ, ਇਹ ਤਾਂ ਕੱਲਾ ਇੱਥੋਂ ਹੀ ਤੈਨੂੰ ਬਚਾਇਆ, ਇਹ ਤੇ ਛੋਟੀ ਜੀ ਗੱਲ ਹੈ ਗੁਰੂ ਸਾਹਿਬ ਵਾਸਤੇ। ਅੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਮੱਝਾਂ ਦਾ ਰੰਗ ਬਦਲ ਦੇਣਾ। ਜਿਹੜੇ ਲੋਕਾਂ ਨੇ ਤੈਨੂੰ ਮਾਰਨਾ ਸੀ ਉਹ ਹੱਥ ਜੋੜ ਕੇ ਗਏ ਤੇਰੇ ਅੱਗੇ, ਕਹਿਣ ਲੱਗੇ ਬੰਦਾ ਤੂੰ ਉਹੀ ਹੈ। ਇਹ ਗੁਰੂ ਕੀ ਕਲਾ ਹੀ। ਤੇ ਸੁਣ ਲਾ, ਇਹ ਤੇ ਬੜੀ ਛੋਟੀ ਜੀ ਗੱਲ ਹੈ। ਕੋਈ ਗੁਰੂ ਅਰਜਨ ਸਾਹਿਬ ਨੂੰ ਯਾਦ ਕਰੇ, ਗੁਰੂ ਜੀ ਨੂੰ ਯਾਦ ਕਰੇ, ਗੁਰੂ ਅਰਜਨ ਸਾਹਿਬ ਤੇ ਦੋਵਾਂ ਲੋਕਾਂ 'ਚ ਬੰਦੇ ਦੀ ਸਹਾਇਤਾ ਕਰਦੇ ਜੀ। ਇਸ ਲੋਕ 'ਚ ਨਹੀਂ, ਇੱਥੇ ਵੀ ਤੇ ਗਾਂ ਜਮ ਲੋਕ ਵਿੱਚ ਵੀ ਸਹਾਇਤਾ ਕਰਦੇ। ਗੱਜ ਕੇ ਆਖੋ ਵਾਹਿਗੁਰੂ। ਜਮ ਲੋਕ ਨਹੀਂ, ਸੌਰੀ ਗਲਤੀ ਹੋ ਗਈ ਮੇਰੇ ਕੋਲੋਂ, ਪਰ ਲੋਕ ਵਿੱਚ ਵੀ ਬੰਦੇ ਦੀ ਸਹਾਇਤਾ ਕਰਦੇ ਜੀ। ਹਾਂਜੀ। ਅਸ ਪ੍ਰਭ ਕੋ ਜੇ ਵਾਹਿਗੁਰੂ। ਜੇ ਕੋਈ ਇਹੋ ਜੇ ਗੁਰੂ ਜੀ ਨੂੰ ਛੱਡੇ, ਇਹੋ ਜੇ ਗੁਰੂ ਜੀ ਦੇ ਕੋਲ ਨਾ ਜਾਵੇ, ਤੋਰੇ ਮਾੜੇ ਭਾਗ ਨੇ। ਹਾਂਜੀ। ਜਿਉ ਕਿਉ ਰਾਖੇ ਦਾਸ ਪਤ ਸਭ ਬਿਗਨ ਮਿਟਾਵੇ। ਸੁਣ ਲਾ, ਗੁਰੂ ਅਰਜਨ ਸਾਹਿਬ ਬੜੇ ਵੱਡੇ ਹੀ, ਗੁਰੂ ਅਰਜਨ ਸਾਹਿਬ ਬੜੇ ਵੱਡੇ ਹੀ। ਉਹ ਜਿਵੇਂ ਕਿਵੇਂ ਆਪਣੇ ਦਾਸਾਂ ਦੀ ਪੈਜ ਰੱਖਦੇ ਨੇ। ਗੱਜ ਕੇ ਆਖੋ ਵਾਹਿਗੁਰੂ। ਗੁਰਮੁਖੋ ਸਮਾਂ ਹੋ ਗਿਆ, 2 ਮਿੰਟਾਂ 'ਚ ਮੈਂ ਸਮਾਪਤੀ ਕਰ ਦੇਣੀ ਹੈ, ਪਰ ਗੱਲ ਧਿਆਨ ਨਾਲ ਸੁਣਿਓ। ਸਰਹੰਦ ਦੇ ਇਲਾਕੇ ਵਿੱਚ 2 ਸਿੱਖ ਰਹਿੰਦੇ ਸੀਗੇ ਜੀ।
ਉਹਨਾਂ ਦਾ ਕੰਮ ਇਹੋ ਹੀ ਹੁੰਦਾ ਸੀਗਾ ਜੀ, ਵਸਤੂਆਂ ਲੈਣੀਆਂ ਜੀ ਉਹਨਾਂ ਨੇ ਤੇ ਆਪਣੇ ਕੋਲ ਰੱਖਣੀਆਂ, ਥੋੜੇ ਬਹੁਤੀ ਮਾਇਆ ਰੱਖਣੀ ਜੀ ਉਹਨਾਂ ਨੂੰ ਸਾਂਭਣ ਦੀ, ਹਾਂਜੀ, ਤੇ ਵਸਤੂਆਂ ਸਮੇਂ ਤੇ ਆਉਣ ਨਾ ਦੇ ਦੇਣੀਆਂ। ਜੋ ਕੰਮ ਅੱਜ ਬੈਂਕ ਕਰਦੇ ਜੀ, ਹਾਂਜੀ, ਉਹ ਕੰਮ ਉਹ ਸਿੱਖ ਕਰਦੇ ਹੁੰਦੇ ਸੀਗੇ ਜੀ। ਤੇ ਕੋਈ ਮੁਸਲਮਾਨ ਵੀਰ ਉਹਨਾਂ ਨੂੰ ਮੋਹਰਾਂ ਦੇ ਕੇ ਗਿਆ ਜੀ, ਮੋਹਰਾਂ ਉਹਨਾਂ ਰਜਿਸਟਰ ਤੇ ਨਹੀਂ ਚੜਾਈਆਂ ਜੀ, ਚੇਤਾ ਭੁੱਲ ਗਿਆ, ਮੋਹਰਾਂ ਇੱਕ ਪਾਸੇ ਰੱਖ ਗਿਆ, ਮੋਹਰਾਂ ਉੱਥੇ ਪਈਆਂ ਰਹੀਆਂ। ਬਹੁਤ ਸਮੇਂ ਬਾਅਦ ਕੰਮ ਕਰਦਿਆਂ ਮੋਹਰਾਂ ਕਿਤੇ ਇੱਧਰ ਉੱਧਰ ਹੋ ਗਈਆਂ ਜੀ। ਬਹੁਤ ਲੰਮੇ ਸਮੇਂ ਬਾਅਦ ਉਹ ਬੰਦਾ ਵਾਪਸ ਆਇਆ ਜੀ, ਸਿੱਖਾਂ ਨੂੰ ਕਹਿਣ ਲੱਗਾ ਵੀ ਮੈਨੂੰ ਮੋਹਰਾਂ ਦਿਓ ਮੇਰੀਆਂ। ਉਹਨਾਂ ਆਪਣਾ ਰਜਿਸਟਰ ਵੇਖਿਆ ਜੀ, ਗਲਤੀ ਤੇ ਇਹਨਾਂ ਕੋਲੋਂ ਹੋਈ, ਗੱਜ ਕੇ ਆਖੋ ਵਾਹਿਗੁਰੂ। ਇਹਨਾਂ ਨੂੰ ਲਿਖਣ ਦਾ ਚੇਤਾ ਭੁੱਲ ਗਿਆ ਜੀ, ਲਿਖਣ ਦਾ, ਹਾਂਜੀ, ਜਦੋਂ ਲਿਖਣ ਦਾ ਭੁੱਲ ਗਿਆ ਚੇਤਾ, ਤੇ ਇੱਧਰ ਇਹ ਕਹਿਣ ਅਸੀਂ ਸੱਚੇ ਆ, ਅਸੀਂ ਆ ਵੇਖ ਤੇਰਾ ਹਿਸਾਬ ਕਿਤਾਬ ਹੀ ਨਹੀਂ ਇੱਥੇ ਹੈਗਾ, ਕਿਹੜੀਆਂ ਮੋਹਰਾਂ ਤੂੰ ਮੰਗਦਾ, ਹਾਂਜੀ। ਉਹ ਆਖੇ ਵੀ ਮੈਂ ਸੱਚਾ, ਮੈਂ ਮੋਹਰਾਂ ਦੇ ਕੇ ਗਿਆ ਤੁਹਾਨੂੰ। ਇਹ ਆਖਣ ਵੀ ਅਸੀਂ ਸੱਚੇ ਆ, ਤੂੰ ਇੱਕ ਵੀ ਮੋਹਰ ਨਹੀਂ ਦੇ ਕੇ ਗਿਆ। ਉਹ ਕਵੇ ਵੀ ਮੈਂ ਸੱਚਾ, ਮੈਂ ਤੁਹਾਨੂੰ ਆਪਣੇ ਹੱਥੀਂ ਮੋਹਰਾਂ ਦੇ ਕੇ ਗਿਆ ਜੀ। ਤੇ ਗੁਰਮੁਖੋ ਗੱਲ ਬੜੀ ਵੱਧ ਗਈ ਤੇ ਗੱਲ ਉਸ ਸਮੇਂ ਦੇ ਮੁਖੀ ਬੰਦੇ ਤੱਕ ਪਹੁੰਚ ਗਈ ਜੀ। ਉਰੋਂ ਨਿਆਂ ਦੇ ਤਰੀਕੇ ਇਹੋ ਜਿਹੇ ਹੁੰਦੇ ਸੀ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਦੂਜੇ ਬੰਦੇ ਨੂੰ ਆਪਣੇ ਸੱਚ ਤੇ ਬੜਾ ਭਰੋਸਾ ਸੀਗਾ ਤੇ ਗੁਰੂ ਕੇ ਸਿੱਖਾਂ ਨੂੰ ਗੁਰੂ ਦੀ ਮਿਹਰ ਉੱਤੇ ਬੜਾ ਭਰੋਸਾ ਸੀਗਾ। ਉਹ ਕਹਿੰਦੇ ਸਾਡੇ ਏਡੇ ਵੱਡੇ ਸੱਚੇ ਪਾਤਸ਼ਾਹ, ਤੇਰੇ ਨਾਲ ਝੂਠ ਥੋੜੀ ਬੋਲਣਾ। ਉਹ ਕਹਿੰਦਾ ਮੈਂ ਸੱਚ ਬੋਲਣ ਆ। ਤੇ ਗੁਰਮੁਖੋ ਉਹਨਾਂ ਫਿਰ ਇੱਕ ਕਿਸਮ ਦੀ ਮੁਖੀ ਬੰਦੇ ਨੇ ਸਜ਼ਾ ਤੈਅ ਕੀਤੀ ਵੀ ਤੇਲ ਦਾ ਕੜਾਇਆ ਕਰੋ ਗਰਮ, ਤੇ ਝੂਠਾ ਵੀ ਬਾਂਹ ਪਾਵੇ ਤੇ ਸੱਚਾ ਵੀ ਬਾਂਹ ਪਾਵੇ। ਜਿਹੜਾ ਸੱਚਾ ਹੋਏਗਾ ਨਾ ਉਹਦੀ ਬਾਂਹ ਬਚ ਜਾਏਗੀ, ਜਿਹੜਾ ਝੂਠਾ ਹੋਏਗਾ ਉਹਦੀ ਬਾਂਹ ਸੜ ਜਾਏਗੀ ਜੀ। ਅੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਸਿੱਖ ਝੂਠੇ ਸਨ ਜੀ, ਪਰ ਉਹਨਾਂ ਨੂੰ ਪਤਾ ਨਹੀਂ ਹੈਗਾ ਵੀ ਅਸੀਂ ਝੂਠੇ ਹਾਂ ਜੀ, ਹਾਂਜੀ। ਉਹ ਦੂਜਾ ਬੰਦਾ ਸੱਚਾ ਹੈਗਾ ਜੀ। ਦਿਨ ਮੁਕਰਰ ਹੋ ਗਿਆ, ਬਹੁਤ ਸਾਰੇ ਲੋਕ ਆਏ ਜੀ, ਤਪਦੇ ਤੇਲ ਦੇ ਕੜਾਏ ਵਿੱਚ ਬਾਂਹ ਪਾਉਣੀ ਸੀਗੀ ਜੀ। ਜਦੋਂ ਬਾਂਹ ਪਾਉਣ ਦਾ ਸਮਾਂ ਆਇਆ, ਮੁਸਲਮਾਨ ਵੀਰ ਨੇ ਤੇ ਬੜੇ ਪੀਰਾਂ ਨੂੰ ਯਾਦ ਕੀਤਾ ਜੀ, ਕਈ ਪੀਰਾਂ ਨੂੰ ਯਾਦ ਕੀਤਾ, ਕਈਆਂ ਨੂੰ ਜੀ। ਗੱਜ ਕੇ ਆਖੋ ਵਾਹਿਗੁਰੂ। ਜਿਹੜਾ ਜਿਹਨੂੰ ਮੰਨਦਾ ਉਹਨੇ ਉਹਨੂੰ ਯਾਦ ਕਰਨਾ ਹੀ ਹੁੰਦਾ ਜੀ। ਉਹਨੇ ਕਈਆਂ ਨੂੰ ਯਾਦ ਕੀਤਾ ਤੇ ਯਾਦ ਕਰਕੇ ਆਖਿਆ ਮੈਂ ਸ਼ੀਰ ਨਹੀਂ ਦਿਆਂਗਾ, ਚੌਲਾਂ ਦੀ ਦੇਗ ਦਿਆਂਗਾ, ਮੈਨੂੰ ਬਚਾ ਲਓ, ਮੇਰੇ ਹੱਕ 'ਚ ਫੈਸਲਾ ਹੋ ਜੇ। ਹਾਂਜੀ, ਇੱਧਰ ਇੱਕ ਸਿੱਖ ਤਿਆਰ ਹੋ ਗਿਆ ਜੀ, ਦੋਵਾਂ ਭਰਾਵਾਂ 'ਚੋਂ। ਉਹ ਜਿਹਨੇ ਬਾਂਹ ਪਾਉਣੀ ਸੀ ਨਾ ਸਿੱਖ ਨੇ ਜੀ, ਉਹਨੇ ਬਾਂਹ ਪਾਉਣ ਤੋਂ ਪਹਿਲਾਂ ਗੁਰੂ ਅਰਜਨ ਸਾਹਿਬ ਦਾ ਨਾਮ ਲਿਆ ਜੀ। ਗੁਰੂ ਅਰਜਨ ਸਾਹਿਬ, ਸਾਨੂੰ ਤੁਹਾਡਾ ਹੀ ਆਸਰਾ ਤੇ ਸਾਨੂੰ ਤੁਸੀਂ ਬਚਾ ਲਓ। ਗੱਜ ਕੇ ਆਖੋ ਵਾਹਿਗੁਰੂ। ਗੁਰੂ ਅਰਜਨ ਸਾਹਿਬ ਸਨ ਅੰਮ੍ਰਿਤਸਰ ਵਿੱਚ। ਸੱਚੇ ਪਾਤਸ਼ਾਹ ਨੂੰ ਲੱਗ ਗਿਆ ਪਤਾ, ਦੋਵਾਂ ਨੇ ਇੱਕੋ ਟਾਈਮ ਤੇ ਬਾਂਹ ਪਾਈ ਜੀ, ਤੇ ਜਿਹੜਾ ਮੁਸਲਮਾਨ ਸੀ ਉਹਦੀ ਬਾਂਹ ਸੜ ਗਈ ਜੀ। ਮੈਂ ਗਲਤ ਨਹੀਂ ਕਹਿਣ, ਵੇਖੋ ਤੁਸੀਂ ਕਹੋਗੇ ਕਿਸੇ ਧਰਮ ਦੇ ਵਿਰੁੱਧ ਪ੍ਰਚਾਰ ਕਰਨ ਦਿਆ, ਨਹੀਂ, ਪਰ ਦੂਜੇ ਦੀ ਬਾਂਹ ਸੜ ਗਈ ਤੇ ਸਿੱਖ ਦੀ ਬਾਂਹ ਬਚ ਗਈ ਜੀ। ਉਹ ਬੜਾ ਹੈਰਾਨ ਹੋਇਆ ਜੀ, ਕਹਿਣ ਲੱਗਾ ਹੱਦ ਹੋ ਗਈ, ਮੈਂ ਸੱਚਾ, ਮੇਰੇ ਸੱਚੇ ਦੀ ਬਾਂਹ ਸੜ ਗਈ, ਉਹ ਝੂਠਾ ਤੇ ਝੂਠੇ ਦੀ ਬਾਂਹ ਬਚ ਗਈ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਉਹ ਬੜਾ ਮਾਯੂਸ ਹੋਇਆ ਤੇ ਆਪਣੇ ਘਰ ਚਲੇ ਗਿਆ ਜੀ। ਸਿੱਖਾਂ ਵਿਚਾਰ ਕੀਤੀ ਵੀ ਆਖਰ ਉਹ ਬੰਦਾ ਤਪਦੇ ਕੜਾਏ ਦੇ ਵਿੱਚ, ਤਪਦੇ ਹੋਏ ਤੇਲ ਵਿੱਚ ਬਾਂਹ ਪਾਉਣ ਨੂੰ ਤਿਆਰ ਹੋ ਗਿਆ, ਕੋਈ ਨਾ ਕੋਈ ਉਹਦੇ ਅੰਦਰ ਸੱਚਾਈ ਸੀ। ਉਹਨਾਂ ਆਪਣੀ ਦੁਕਾਨ ਖੋਲੀ ਜੀ, ਤੇ ਉਹ ਵਾਕੇ ਉਹਦੀਆਂ ਮੋਹਰਾਂ ਲੱਭ ਲੀਆਂ ਤੇ ਲੱਭ ਗਈਆਂ ਜੀ ਉਹਦੀਆਂ ਮੋਹਰਾਂ। ਉਹਨੇ ਸਿੱਖਾਂ ਨੇ ਵਿਚਾਰ ਕੀਤੀ ਵੀ ਗਲਤੀ ਸਾਡੇ ਕੋਲ ਹੋਈ ਹੈ। ਉਹ ਬੰਦਾ ਸੱਚਾ ਸੀਗਾ, ਉਹਦੇ ਕੋਲ ਚੱਲੀ ਗਏ ਵਾਪਸ ਮਾਫੀ ਮੰਗਣ ਵਾਸਤੇ ਜੀ। ਉਹਦੇ ਕੋਲ ਗਏ ਜੀ ਮਾਫੀ ਮੰਗਣ ਵਾਸਤੇ, ਮੋਹਰਾਂ ਅੱਗੇ ਰੱਖ ਕੇ ਕਹਿਣ ਲੱਗੇ ਵੀ ਅਸੀਂ ਤੇਰੇ ਗੁਨਾਹਗਾਰ ਹਾਂ, ਮੋਹਰਾਂ ਵੇਖ ਤੇਰੀਆਂ ਸਾਡੇ ਕੋਲ ਹੀ ਸਨ, ਸਾਨੂੰ ਮਾਫ ਕਰ ਦੇ। ਉਹ ਬੰਦਾ ਪਤਾ ਕੀ ਕਹਿਣ ਲੱਗਾ? ਕਹਿਣ ਲੱਗਾ ਵੀ ਤੁਹਾਨੂੰ ਵੀ ਪਤਾ ਸੀ ਵੀ ਤੁਸੀਂ ਝੂਠੇ ਸੀ, ਮੈਨੂੰ ਪਤਾ ਵੀ ਮੈਂ ਸੱਚਾ, ਹੁਣ ਤੁਸੀਂ ਆਪ ਕਹਿੰਦੇ ਵੀ ਤੂੰ ਸੱਚਾ।
ਫਿਰ ਵੀ ਸੱਚੇ ਦੀ ਬਾਂਹ ਸੜ ਗਈ ਤੇ ਝੂਠੇ ਦੀ ਬਚ ਗਈ। ਅੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਸਮਾਂ ਹੋ ਗਿਆ, ਮੈਂ 2 ਮਿੰਟਾਂ 'ਚ ਸਮਾਪਤੀ ਕਰ ਦੇਣੀ। ਸੱਚੇ ਦੀ ਬਾਂਹ ਸੜ ਗਈ ਤੇ ਝੂਠੇ ਦੀ ਬਚ ਗਈ, ਇਹ ਤੇ ਗਲਤ ਨਿਆ। ਗੁਰਮੁਖੋ ਉਹਨੇ ਫਿਰ ਪੁੱਛਿਆ ਵੀ ਦੱਸੋ ਤੁਸੀਂ ਕਿਹਨੂੰ ਮੰਨਦੇ ਹੋ? ਤੇ ਉਹ ਸਿੱਖਾਂ ਨੇ ਦੱਸਿਆ ਵੀ ਅਸੀਂ ਮੰਨਦੇ ਹਾਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਨੂੰ। ਕਹਿਣ ਲੱਗਾ ਮੈਨੂੰ ਆਪਣੇ ਗੁਰੂ ਕੋਲ ਲੈ ਕੇ ਚੱਲੋ, ਜਿਸ ਗੁਰੂ ਨੇ ਤੁਹਾਨੂੰ ਬਚਾਇਆ। ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਆ ਗਏ। ਗੁਰੂ ਅਰਜਨ ਸਾਹਿਬ ਨੂੰ ਪੁੱਛਣ ਲੱਗਾ ਵੀ ਮੈਂ ਸੱਚਾ ਹੋਣ ਦੇ ਬਾਵਜੂਦ ਮੇਰੀ ਬਾਂਹ ਸੜੀ ਹੈ। ਕਹਿਣ ਲੱਗਾ ਤੁਹਾਡੇ ਸਿੱਖ ਬਚ ਗਏ। ਗੁਰੂ ਅਰਜਨ ਸਾਹਿਬ ਕਹਿੰਦੇ ਸੁਣ ਲਾ ਗੱਲ ਧਿਆਨ ਨਾਲ, ਦੋਵੇਂ ਜੋੜੋ ਹੱਥ ਤੇ ਗੱਜ ਕੇ ਆਖੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ। ਮਹਾਰਾਜ ਕਹਿਣ ਲੱਗੇ ਤੂੰ ਕਈਆਂ ਨੂੰ ਯਾਦ ਕੀਤਾ, ਕਈਆਂ ਨੂੰ ਕਹਿਣ ਲੱਗੇ ਤੇਲ ਦਾ ਸੁਭਾਅ ਗਰਮ ਹੋਣਾ, ਤਪਦੇ ਤੇਲ ਦਾ ਸੁਭਾਅ ਉਹਨੇ ਤਨ ਨੂੰ ਸਾੜਨਾ ਹੀ ਸਾੜਨਾ। ਤੂੰ ਕਈਆਂ ਨੂੰ ਯਾਦ ਕੀਤਾ, ਤੈਨੂੰ ਬਚਾਉਣ ਵਾਸਤੇ ਇੱਕ ਵੀ ਨਹੀਂ ਆਇਆ। ਕਹਿਣ ਲੱਗੇ ਸਾਡੇ ਸਿੱਖਾਂ ਸਾਨੂੰ ਯਾਦ ਕੀਤਾ, ਸਾਨੂੰ ਪਤਾ ਸੀ ਵੀ ਇਹ ਮੋਹਰਾ ਇਹਨਾਂ ਕੋਲ ਹੈ, ਪਰ ਸੱਚ ਇਹ ਹੈ ਇਹ ਠੀਕ ਹੈ। ਉੱਤੋਂ ਕਹਿ ਰਹੇ ਸਨ, ਅੰਦਰੋਂ ਇਹ ਸੱਚੇ ਸਨ। ਇਹਨਾਂ ਨੂੰ ਵਾਕਈ ਨਹੀਂ ਸੀ ਪਤਾ ਵੀ ਜਿਹੜੀਆਂ ਮੋਹਰਾਂ ਤੂੰ ਦੇ ਕੇ ਗਈਆਂ ਇਹਨਾਂ ਨੂੰ ਲਿਖਣ ਦਾ ਚੇਤਾ ਭੁੱਲ ਗਿਆ। ਕਹਿਣ ਲੱਗੇ ਹੈ ਮਹਾਰਾਜ ਕਹਿੰਦੇ ਇੱਕ ਤਰੀਕੇ ਨਾਲ ਸਾਡੇ ਸਿੱਖ ਵੀ ਸੱਚੇ ਸਨ। ਕਹਿਣ ਲੱਗੇ ਬਾਕੀ ਸੁਣ ਲਾ, ਤੂੰ ਇੰਨਿਆਂ ਨੂੰ ਯਾਦ ਕੀਤਾ, ਇੱਕ ਵੀ ਨਹੀਂ ਬੋੜਿਆ। ਕਹਿਣ ਲੱਗੇ ਇਹਨਾਂ ਸਾਨੂੰ ਯਾਦ ਕੀਤਾ, ਅਸੀਂ ਤਤਕਾਲ ਪਹੁੰਚ ਗਏ ਸਾਂ। ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ। ਗੁਰੂ ਅਰਜਨ ਸਾਹਿਬ ਕਹਿੰਦੇ ਅਸੀਂ ਤਤਕਾਲ ਹੀ ਪਹੁੰਚ ਗਏ ਸਾਂ ਇਹਨਾਂ ਨੂੰ ਬਚਾਉਣ ਵਾਸਤੇ। ਕਹਿਣ ਲੱਗੇ ਹਾਂਜੀ ਗੁਰੂ ਸਾਹਿਬ ਸਹਾਈ ਹੁੰਦੇ, ਕੋਈ ਯਾਦ ਕਰੇ ਸਹੀ ਪ੍ਰੇਮ ਨਾਲ, ਅੰਦਰ ਭਜਨ ਬੰਦਗੀ ਵਾਲਾ ਹੋਵੇ, ਪ੍ਰੇਮ ਨਾਲ ਯਾਦ ਕਰੇ, ਗੁਰੂ ਜੀ ਸਹਾਈ ਹੁੰਦੇ ਜੀ। ਬਾਬਾ ਆਦਲੀ ਜੀ ਕਹਿਣ ਲੱਗੇ ਭਾਈ ਗੁਰੂ ਅਰਜਨ ਸਾਹਿਬ ਨੂੰ ਯਾਦ ਕਰੇ ਕੋਈ, ਗੁਰੂ ਅਰਜਨ ਸਾਹਿਬ ਸਾਰੇ ਵਿਘਨ ਦੂਰ ਕਰਕੇ ਰੱਖ ਦਿੰਦੇ ਜੀ। ਹਾਂਜੀ ਇਹ ਵਡਿਆਈ ਗੁਰੂ ਜੀ ਗੁਰ ਸਿੱਖਣ ਭਾਵੈ। ਇਹ ਗੁਰੂ ਸਾਹਿਬ ਜੀ ਦੀ ਵੱਡੀ ਵਡਿਆਈ ਹੈ ਤੇ ਇਹ ਵਡਿਆਈ ਗੁਰੂ ਕੇ ਸਿੱਖਾਂ ਨੂੰ ਬੜੀ ਚੰਗੀ ਲੱਗਦੀ, ਬੜੀ ਚੰਗੀ ਲੱਗਦੀ। ਗੁਰ ਸਿੱਖਾਂ ਕਹਿ ਮਨ ਭਾਵਦੀ, ਗੁਰ ਸਤਿਗੁਰ ਕੀ ਵਡਿਆਈ। ਗੱਜ ਕੇ ਆਖੋ ਵਾਹਿਗੁਰੂ। ਤੇ ਹੁਣ ਬਾਬਾ ਆਦਲੀ ਜੀ ਕਹਿਣ ਲੱਗੇ ਸੁਣ ਲਾ, ਚੋਰੀ ਕਰਨੀ ਛੱਡ ਦੇ ਤੇ ਮੇਰੇ ਨਾਲ ਤੂੰ ਵੀ ਗੁਰੂ ਅਰਜਨ ਸਾਹਿਬ ਕੋ ਚੱਲ ਜੀ। ਹਾਂਜੀ ਤੇ ਗੁਰਮੁਖੋ ਹੁਣ ਫਿਰ ਬਾਬਾ ਵਿਧੀ ਚੰਦ ਜੀ ਗੁਰੂ ਅਰਜਨ ਸਾਹਿਬ ਕੋ ਜਾਂਦੇ। ਇਹ ਕਥਾ ਨਾ ਜੀ ਬਾਬਾ ਜੀ ਗੁਰੂ ਹਰਗੋਬਿੰਦ ਸਾਹਿਬ ਨੂੰ ਸੁਣਾਉਂਦੇ ਤੇ ਮਾਤਾਵਾਂ ਨੂੰ ਸੁਣਾਉਂਦੇ ਜੀ। ਮੈਂ ਕਿਵੇਂ ਆਇਆ ਗੁਰੂ ਘਰ ਵਿੱਚ। ਗੁਰਮੁਖੋ ਬਾਬਾ ਵਿਧੀ ਚੰਦ ਜੀ ਬੜੀ ਮਹਾਨ ਮਰਾਤਬੇ ਤੇ ਪਹੁੰਚੇ ਗੁਰੂ ਘਰ ਵਿੱਚ ਜੀ, ਪਰ ਗੁਰੂ ਕੇ ਸਿੱਖ ਦੀ ਸੰਗਤ ਹੋਈ ਤਾਂ ਉਹਨਾਂ ਦਾ ਜੀਵਨ ਬਦਲਿਆ। ਗੱਜ ਕੇ ਆਖੋ ਵਾਹਿਗੁਰੂ। ਕਿਰਪਾ ਗੁਰੂ ਦੀ ਵਰਤਣੀ ਹੈ ਜੀ, ਪਰ ਵਿਧ ਬਣਨੀ ਹੁੰਦੀ ਹੈ ਜੀ, ਕਾਰਨ ਬਣਨਾ ਹੁੰਦਾ ਵੀ ਕਿਹਦਾ ਜੀਵਨ ਕਿਸ ਤਰੀਕੇ ਦੇ ਨਾਲ ਬਦਲਣਾ। ਸੋ ਇਸ ਪ੍ਰਕਾਰ ਸਾਧ ਸੰਗਤ ਜੀ ਅੱਜ ਦਾ ਪ੍ਰਸੰਗ ਸੀ, ਵਿਚਾਰ ਕਰਦੇ ਹਾਂ ਭੁੱਲਾਂ ਚੁੱਕਾਂ ਦੀ ਖਿਮਾ। ਬਸ ਇਸੇ ਤਰ੍ਹਾਂ ਹੀ ਮਹਾਰਾਜ ਨੂੰ ਬੇਨਤੀ ਕਰਨੀ, ਮਹਾਰਾਜ ਅਸੀਂ ਤਾਂ ਸਿੱਧਾ ਹੀ ਤੁਹਾਡੇ ਕੋਲ ਆਏ ਹਾਂ। ਮਹਾਰਾਜ ਸਾਨੂੰ ਨਹੀਂ ਪਤਾ ਕੌਣ ਅਸਲੀ ਹੈ ਤੇ ਕੌਣ ਨਕਲੀ ਹੈ। ਸੱਚੇ ਪਾਤਸ਼ਾਹ ਤੁਸੀਂ ਸਾਨੂੰ ਬਚਾ ਕੇ ਰੱਖਿਓ ਤੇ ਤੁਸੀਂ ਸਾਨੂੰ ਆਪਣੇ ਚਰਨਾਂ ਨਾਲ ਲਾ ਕੇ ਰੱਖਿਓ। ਮਹਾਰਾਜ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਤੇ ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।